तोमर की चिट्ठी का भी स्वागत किया, लोगों को चिट्ठी भी दिखाई। बड़े बादल साहब ने जाके मतलब ये भी कहा कि आर्डीनेंस लोगों के बहुत फायदे च है। बीबी हरसिमरत कौर की भी यूट्यूब पर अज भी उन्होंने देख सकते हो, जी आम सोशल मीडिया पर चलती है, उन्हें भी कहा कि किसानों के हक दे विच है। लेकिन हुण कहती है कि सानू इन्हां दे बारे पता ही कोई नहीं। हुण मैनूं ये दसो, जेकर हरसिमरत कौर बादल नूं नहीं पता आर्डीनेंस का, फिर वो केंद्रीय मंत्री काहदी है? वो कैबिनेट की वजीर होवे, उन्होंने ये नहीं पता कि मेरे तो सिग्नेचर काहदे कराए जा रहे हैं? कैबिनेट पास कर दी है कानूनों को, कैबिनेट पास कर दी आर्डीनेंस नूं। ਤਾਂ ਹੁਣ ਅਕਾਲੀ ਦਲ ਦਾ ਆਪਣੇ ਸਟੈਂਡ ਦਾ ਰੁੱਖ ਬਦਲ ਗਿਆ। ਉਹਨਾਂ ਦਾ ਕਹਿਣਾ ਹੈ ਕਿ ਆਰਡੀਨੈਂਸ ਨੇ ਪਹਿਲਾਂ ਹਿੱਤ ਦੇ ਵਿੱਚ ਸੀ, ਹੁਣ ਉਹ ਮਾਰੂ ਹੋ ਗਏ। ਪਰ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਸੀ ਕਿ ਹੁਣ ਤੁਸੀਂ ਲੱਖੋਵਾਲ ਨੂੰ ਪੁੱਛਿਆ ਨਹੀਂ ਹੈਗਾ ਕਿ ਫਿਰ ਉਹ ਚਿੱਠੀ ਲੈ ਕੇ ਆਏ ਸੀ, ਤਾਂ ਹੁਣ ਵਿਰੋਧ ਦੇ ਵਿੱਚ ਕਿਵੇਂ ਹੋ ਗਏ? ਇੰਦਰ ਜੀ, ਅਸਲ ਤਾਂ ਅਕਾਲੀ ਦਲ ਤਾਂ ਹੈ ਨਹੀਂ ਜੀ। ਹੁਣ ਅਕਾਲੀ ਦਲ ਤਾਂ ਬੜਾ ਸ਼ਾਨਾ ਮੱਤਾ ਇਤਿਹਾਸ ਸੀਗਾ। ਇਹ ਤਾਂ ਬਾਦਲ ਲਿਮਟਿਡ ਕੰਪਨੀ ਹੈ। ਲਿਮਟਿਡ ਕੰਪਨੀ ਦਾ ਕੰਮ ਹੁੰਦਾ ਆਪਣੀ ਕੰਪਨੀ ਨੂੰ ਕਿਵੇਂ ਫਾਇਦਾ ਹੁੰਦਾ ਹੈ। ਜੇਕਰ ਸੁਪਰੀਮ ਕੋਰਟ ਦੇ ਵਿੱਚ ਉਹ ਵਾਪਸ ਨਾ ਕਰਦੇ, ਪਟੀਸ਼ਨਾਂ ਨੂੰ ਵਾਪਸ ਨਾ ਲੈਂਦੇ, ਤਾਂ ਕਿਤੇ ਨਾ ਕਿਤੇ ਫਿਰ ਜੋ ਸੰਘਰਸ਼ ਪੰਜਾਬ ਦੇ ਚੱਲ ਰਹੇ ਨੇ, ਇਹਨਾਂ ਸੰਘਰਸ਼ਾਂ ਨੂੰ ਢਾਲ ਲੱਗਣੀ ਸੀ। ਇਸੇ ਤਰ੍ਹਾਂ ਹੀ ਲੱਖੋਵਾਲ ਉਹਨਾਂ ਨੇ ਪਹਿਲਾਂ ਤਾਂ ਪਟੀਸ਼ਨ ਪਾਈ ਕਿਹੜੇ ਕਾਰਨ ਕਿ ਉਹਨਾਂ ਦੇ ਉੱਤੇ ਵੀ ਹੋ ਸਕਦਾ, ਕਿਉਂਕਿ ਜਦੋਂ ਬੰਦਾ ਚੇਅਰਮੈਨ ਜਾਂ ਸਰਕਾਰੀ ਸੁੱਖ ਭੋਗਦਾ ਹੈ ਤਾਂ ਉਹਦੇ ਬਹੁਤ ਇਹੋ ਜਿਹੇ ਅੰਦਰਲੇ ਰਾਜ ਹੁੰਦੇ ਆ ਜਿਹੜੇ ਸਰਕਾਰਾਂ ਦਬਾ ਦਿੰਦੀਆਂ। ਪਟੀਸ਼ਨ ਪਾਉਣ ਦਾ ਕਾਰਨ ਕੀ ਸੀ ਕਿ ਸਰਕਾਰ ਇਹ ਚਾਹੁੰਦੀ ਸੀ ਕਿ ਅਸੀਂ ਕਿਸੇ ਨਾ ਕਿਸੇ ਧਿਰ ਵੱਲੋਂ ਪਟੀਸ਼ਨ ਪਵਾਈਏ। ਜੇ ਕੱਲ੍ਹ ਨੂੰ ਸਰਕਾਰ ਸਾਡੇ ਕੋਲ ਕੋਈ ਮੰਗਾਂ ਦੀ ਗੱਲ ਕਰਦੀ ਹੈ, ਕਿਸਾਨ ਯੂਨੀਅਨ ਕੋਈ ਮੰਗਾਂ ਦੀ ਗੱਲ ਕਰਦੀ ਹੈ, ਤਾਂ ਅਸੀਂ ਕਹਿ ਸਕੀਏ ਕਿ ਹੁਣ ਇਹ ਮਸਲਾ ਕੋਰਟ ਦੇ ਵਿੱਚ ਹੈ। ਐਜ਼ ਇੱਕ ਕਿਸਾਨ ਆਇਆ ਮੈਂ, ਦੀਪ ਸੰਧੂ ਵੀਰ ਜੀ ਦੇ ਜਿਹੜਾ ਸਾਡਾ ਬੱਚਾ ਹੈ ਛੋਟਾ, ਉਹਦੇ ਇਹ ਸੱਦੇ ਕਰਕੇ ਆਇਆ ਕਿ ਨੌਜਵਾਨੋ ਇਕੱਠੇ ਹੋ ਜਾਓ ਜੇ ਪੰਜਾਬ ਨੂੰ ਬਚਾਉਣਾ। 2013 'ਚ ਬਾਦਲ ਦੀ ਸਰਕਾਰ ਆਈ ਜਿਨ੍ਹਾਂ ਨੇ ਕੰਡਕਟ ਫਾਰਮਿੰਗ ਦੇ ਕਾਨੂੰਨ ਬਣਾਇਆ। ਜਿਹੜੇ ਹੁਣ ਮੋਦੀ ਨੇ ਕਾਨੂੰਨ ਬਣਾਏ, ਇਹ ਪਹਿਲਾਂ ਬਾਦਲ ਸਰਕਾਰ, ਅਮਰਿੰਦਰ ਸਰਕਾਰ ਬਣਾ ਚੁੱਕੀਆਂ। ਟਰੈਕਟਰ ਰੈਲੀਆਂ ਕੱਢ ਕੇ, ਧਰਨੇ ਦੇ ਕੇ, ਸਾਡਾ ਜਿਹੜਾ ਸੰਘਰਸ਼ ਹੈ, ਜਿਹੜਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨੂੰ ਫੇਲ ਕਰਨ ਵਾਸਤੇ ਤੁਰੀਆਂ ਹੋਈਆਂ। ਜਿਸ ਤਰ੍ਹਾਂ ਹੁਣ ਮੋਦੀ ਨੇ ਕਿਸਾਨਾਂ ਦੇ ਮੌਤ ਦੇ ਵਾਰੰਟ ਤੇ ਦਸਤਖਤ ਕੀਤੇ, ਸਭ ਤੋਂ ਪਹਿਲਾਂ ਇਹ ਲੱਖੋਵਾਲ ਕਰ ਚੁੱਕਿਆ ਹੈ ਮੰਡੀ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ। 13 ਫਸਲਾਂ ਤੇ MSP ਹੈ, ਪਰ ਮਿਲਦੀ ਦੋਵਾਂ ਤੇ ਹੈ। ਉਦੋਂ ਕਿਸਾਨ ਜਥੇਬੰਦੀਆਂ ਨੇ ਕਿਉਂ ਨਹੀਂ ਸੰਘਰਸ਼ ਕੀਤਾ ਕਿ ਸਾਨੂੰ ਸਾਰੀ ਫਸਲਾਂ ਤੇ MSP ਦਿਓ? ਆਪਣੀ ਫਸਲ ਬਰਬਾਦ ਹੋ ਗਈ, ਬੇਕਾਰ ਹੋ ਗਈ, ਤਾਂ ਵਪਾਰੀਆਂ ਨੇ ਤਾਂ ਫਿਰ ਇਹਦਾ ਫਾਇਦਾ ਚੱਕਣਾ ਹੀ ਹੈ। ਉਹ ਤਾਂ ਆਪਣਾ ਆਲੂ ਵੇਚਣਗੇ ਹੀ 50 ਨੂੰ। ਮੈਂ ਤਾਂ ਇੱਥੋਂ ਤੱਕ ਕਹਾਂਗਾ ਕਿ ਵੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ, ਉਹਨਾਂ ਦੀ ਜਿਹੜੀ ਪਿੱਛੇ ਨਕੇਲ ਹੈ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਹੱਥ 'ਚ ਹੈ। ਇਸੇ ਹੀ ਧਰਤੀ ਦੀ ਹਿੱਕ ਤੋਂ ਇਨਕਲਾਬ ਉੱਠਦਾ ਹੈ, ਇਤਿਹਾਸ ਬਦਲ ਜਾਂਦਾ ਹੈ ਜਦੋਂ ਪੰਜਾਬ ਉੱਠਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਕੇਂਦਰ ਸਰਕਾਰ ਨੇ ਜੋ ਖੇਤੀ ਵਿਰੋਧੀ 3 ਆਰਡੀਨੈਂਸ ਪਾਸ ਕੀਤੇ ਨੇ, ਇਹਨਾਂ ਆਰਡੀਨੈਂਸ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਪਿਛਲੇ 4 ਅਕਤੂਬਰ ਤੋਂ ਲਗਾਤਾਰ ਧਰਨਾ ਜਾਰੀ ਹੈ। ਇਸ ਧਰਨੇ ਦਾ ਮੁੱਖ ਧੁਰਾ ਕੇਂਦਰ ਬਿੰਦੂ ਫਿਲਮੀ ਐਕਟਰ ਦੀਪ ਸਿੱਧੂ ਨੇ, ਤੇ ਇਸ ਤੋਂ ਇਲਾਵਾ ਹੋਰ ਕਈ ਸਿਆਸੀ ਪਾਰਟੀਆਂ, ਨੌਜਵਾਨਾਂ ਦੀ ਜਥੇਬੰਦੀਆਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ 4 ਅਕਤੂਬਰ ਨੂੰ ਸ਼ਮੂਲੀਅਤ ਕੀਤੀ ਗਈ ਸੀ ਤੇ ਲਗਾਤਾਰ ਉਹ ਧਰਨੇ ਦੇ ਵਿੱਚ ਸ਼ਾਮਲ ਹੋ ਰਹੇ ਨੇ। ਅੱਜ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ। ਹਰਿਆਣਾ ਪੰਜਾਬ ਦੀ ਉਹ ਹੱਦ ਜੋ 1 ਨਵੰਬਰ 1966 ਨੂੰ ਜੋ ਪੰਜਾਬ ਬਣਿਆ ਸੀ, ਹਰਿਆਣਾ ਅਲੱਗ ਕੱਢ ਦਿੱਤਾ ਗਿਆ ਸੀ। ਅਸੀਂ ਅੱਜ ਉਸ ਹੱਦ ਤੇ ਮੌਜੂਦ ਹਾਂ, ਉਸ ਸਰਹੱਦ ਤੇ ਮੌਜੂਦ ਹਾਂ। ਅੱਜ ਪੰਜਾਬ ਦੀ ਇਹ ਲੜਾਈ ਕੋਈ ਹਰਿਆਣਾ ਨਾਲ ਨਹੀਂ ਹੈ, ਇਹ ਪੰਜਾਬ ਦੀ ਲੜਾਈ ਦਿੱਲੀ ਦੀ ਕੇਂਦਰ ਸਰਕਾਰ, BJP ਸਰਕਾਰ, ਮੋਦੀ ਸਰਕਾਰ ਨਾਲ ਕਿਸਾਨਾਂ ਦੀ ਇਹ ਲੜਾਈ ਹੈ। ਇਹ ਲੜਾਈ ਖੇਤੀ ਵਿਰੋਧੀ ਜੋ 3 ਆਰਡੀਨੈਂਸ ਪਾਸ ਕੀਤੇ ਗਏ ਨੇ, ਇਹਨਾਂ ਨੂੰ ਲੈ ਕੇ ਲੜਾਈ ਹੈ। ਕਿਸਾਨ ਜਥੇਬੰਦੀਆਂ ਤੇ ਹੋਰ ਪੰਜਾਬ ਦੇ ਜੋ ਅਲੱਗ-ਅਲੱਗ ਧਰਨਿਆਂ ਦੇ ਵਿੱਚ ਵਿਰੋਧ ਕਰ ਰਹੇ ਨੇ ਸਰਕਾਰ ਦਾ, ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਬਿੱਲ ਵਾਪਸ ਲਵੇ, ਪੰਜਾਬ ਨੂੰ ਬਰਬਾਦ ਕਰ ਦੇਣਗੇ, ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਦੇਣਗੇ, ਪੰਜਾਬ ਦੀ ਜੋ ਮਿਡਲ ਕਲਾਸ ਮਜ਼ਦੂਰ ਜਮਾਤ ਹੈ ਉਹਨੂੰ ਬਰਬਾਦ ਕਰ ਦੇਣਗੇ। ਇਹ ਮਸਲਾ ਇਕੱਲਾ MSP ਦਾ ਨਹੀਂ ਹੈ, ਪੰਜਾਬ ਦੀ ਹੋਂਦ ਦਾ ਮਸਲਾ, ਪੰਜਾਬ ਦੀ ਕਿਸਾਨੀ ਦਾ ਮਸਲਾ, ਪੰਜਾਬ ਦੀ ਜੜ ਦਾ ਮਸਲਾ, ਇਹ ਪੰਜਾਬ ਦੀ ਹੋਣੀ ਦਾ ਮਸਲਾ। ਤੁਸੀਂ ਲਗਾਤਾਰ ਸਾਡੇ ਚੈਨਲ ਰਾਹੀਂ, ਗਲੋਬਲ ਪੰਜਾਬ ਚੈਨਲ ਪੰਜਾਬੀ ਰਾਹੀਂ ਲਗਾਤਾਰ ਕਵਰੇਜ ਦੇਖ ਰਹੇ ਹੋ। ਜਦੋਂ ਦੇ ਆਰਡੀਨੈਂਸ ਪਾਸ ਹੋਏ ਨੇ, ਇਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਸੀ, ਉਦੋਂ ਤੋਂ ਲਗਾਤਾਰ ਤੁਸੀਂ ਪਲ ਪਲ ਦੀ ਨਿਊਜ਼, ਲਗਾਤਾਰ ਲਾਈਵ ਖਬਰਾਂ ਰਾਹੀਂ, ਇੰਟਰਵਿਊ ਜ਼ਰੀਏ ਦੇਖ ਰਹੇ ਹੋ। ਤੁਹਾਨੂੰ ਅਸੀਂ ਪਲ ਪਲ ਦੀ ਖਬਰ ਦੇ ਰਹੇ ਹਾਂ। ਅੱਜ ਵੀ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ। ਸਾਡੇ ਨਾਲ ਤੁਸੀਂ ਦੇਖ ਸਕਦੇ ਹੋ, ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਦਿਖਾਉਣ ਇੱਥੇ ਜੋ ਧਰਨੇ ਦੇ ਵਿੱਚ ਲਗਾਤਾਰ ਸ਼ਾਮਲ ਹੋ ਚੁੱਕੇ ਨੇ। ਸਾਡੇ ਨਾਲ ਸਾਰੇ ਉਹ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਆਗੂ ਤੇ ਹੋਰ ਸਿਆਸੀ
ਸਿਆਸੀ ਆਗੂ ਜੋ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਲੜਾਈ ਲੜ ਰਹੇ ਹਾਂ, ਕਿਉਂਕਿ ਅਸੀਂ ਕਿਸਾਨ ਹਾਂ, ਕਿਸਾਨਾਂ ਦੇ ਪੁੱਤ ਹਾਂ। ਜੇਕਰ ਸਾਡੀ ਖੇਤੀ ਬਰਬਾਦ ਹੋ ਗਈ ਤਾਂ ਅਸੀਂ ਕੀ ਕਰਾਂਗੇ, ਕੀ ਅਸੀਂ ਸਿਆਸਤਾਂ ਨੂੰ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਪੰਥਕ ਅਕਾਲੀ ਲਹਿਰ ਦੇ ਮੁੱਖ ਬੁਲਾਰੇ ਸਰਦਾਰ ਜੋਗਾ ਸਿੰਘ ਚੱਪੜ ਕੋਲੋਂ ਸ਼ੁਰੂਆਤ ਕਰਾਂਗੇ, ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸ਼ਾਮਲ ਹੁੰਦੇ ਹਾਂ ਧਰਨੇ ਦੇ ਵਿੱਚ, ਅਸੀਂ ਕਿਸਾਨ ਦੇ ਤੌਰ ਤੇ ਸ਼ਾਮਲ ਹੁੰਦੇ ਹਾਂ, ਨਾ ਕਿਸੇ ਸਿਆਸੀ ਪਾਰਟੀ ਵੱਲੋਂ। ਆਓ ਪਹਿਲਾਂ ਤਾਂ ਬਾਈ ਜੀ ਹੋਰਾਂ ਦਾ ਸਵਾਗਤ ਕਰਦੇ ਹਾਂ, ਤੇ ਹੋਰ ਜਿੰਨੇ ਕਿਸਾਨ ਇੱਥੇ ਸਾਡੇ ਨਾਲ ਮੌਜੂਦ ਨੇ, ਨੌਜਵਾਨ ਸਾਡੇ ਨਾਲ ਮੌਜੂਦ ਨੇ, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਇਹ ਜੋ ਪੰਜਾਬ ਦੀ ਲੜਾਈ ਹੈ, ਕਿਸਾਨੀ ਦੀ ਲੜਾਈ ਹੈ, ਇਸ ਲੜਾਈ ਨੂੰ ਸਮਝ ਚੁੱਕੇ ਨੇ ਕਿ ਇਹਨਾਂ ਆਰਡੀਨੈਂਸਾਂ ਰਾਹੀਂ ਸਾਡਾ ਪੰਜਾਬ, ਸਾਡੀ ਕਿਸਾਨੀ ਬਰਬਾਦ ਹੋ ਜੂਗੀ। ਤੇ ਹੋਰ ਅਸੀਂ ਜਿੰਨੇ ਸਾਡੇ ਨਾਲ ਕਿਸਾਨ ਇੱਥੇ ਸ਼ਾਮਲ ਨੇ, ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਸਟਾਰਟ ਕਰਦੇ ਹਾਂ। ਬਾਈ ਜੀ, ਤੁਹਾਡਾ ਸਵਾਗਤ ਹੈ ਸਾਡੇ ਚੈਨਲ ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਤੇ। ਬਹੁਤ ਮਿਹਰਬਾਨੀ ਭੰਗੂ ਸਾਹਿਬ ਤੁਹਾਡੀ। ਬਾਈ ਜੀ ਦੇਖੋ, ਆਰਡੀਨੈਂਸਾਂ ਦੀ ਗੱਲ ਤਾਂ ਹੋ ਗਈ ਕਿ ਕੀ ਨਫੇ ਨੇ ਕੀ ਨੁਕਸਾਨ ਨੇ। ਜੇਕਰ ਇੱਥੋਂ ਸ਼ੁਰੂਆਤ ਕਰਿਆ ਜਾਵੇ ਕਿ ਲੱਖੋਵਾਲ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਹਰਿੰਦਰ ਸਿੰਘ ਲੱਖੋਵਾਲ ਵੱਲੋਂ, ਤੇ ਹੁਣ ਉਹ ਪਟੀਸ਼ਨ ਵਾਪਸ ਕਰ ਲਈ ਗਈ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਕਾਫੀ ਸਮੇਂ ਪਹਿਲਾਂ ਹੀ ਮੈਂ ਇੱਕ ਵਾਰੀ ਇੱਕ ਨਿਊਜ਼ ਚੈਨਲ ਦੇ ਉੱਤੇ ਬੈਠਾ ਸੀ ਡਿਬੇਟ ਦੇ ਵਿੱਚ, ਤਾਂ ਮੈਂ ਇੱਕ ਗੱਲ ਕਹੀ ਸੀ ਕਿ ਅਜਮੇਰ ਸਿੰਘ ਲੱਖੋਵਾਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਮੰਡੀਕਰਨ ਬੋਰਡ ਦੇ ਚੇਅਰਮੈਨ ਬਣੇ, ਔਰ ਚੇਅਰਮੈਨ ਬਣ ਕੇ ਉਹਨਾਂ ਨੇ 5.5 ਕਰੋੜ ਦੇ ਕਰੀਬ ਆਪਣੀ ਗੱਡੀ ਦਾ ਤੇਲ ਫੂਕਿਆ। ਔਰ ਅਜਮੇਰ ਸਿੰਘ ਲੱਖੋਵਾਲ ਅੱਜ ਤੱਕ ਵੀ ਇੱਕ ਅੰਕੜਾ ਪੇਸ਼ ਨਹੀਂ ਕਰ ਸਕੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਕਿੰਨੇ ਪੁੱਤਾਂ ਨੂੰ ਨੌਕਰੀ ਦਿਵਾਈ, ਜਾਂ ਮੰਡੀਕਰਨ ਬੋਰਡ ਦੇ ਚੇਅਰਮੈਨ ਹੁੰਦੇ ਹੋਏ ਅਜਮੇਰ ਸਿੰਘ ਲੱਖੋਵਾਲ ਜੀ ਨੇ ਪੰਜਾਬ ਦੇ ਵਿੱਚ ਕਿੰਨਾ ਕਿਸਾਨੀ ਪ੍ਰਤੀ ਉਹਨਾਂ ਨੇ ਆਪਣਾ ਫਾਇਦਾ ਕੀਤਾ। ਲੇਕਿਨ ਇਹ ਗੱਲ ਮੈਂ ਜ਼ਰੂਰ ਅੱਜ ਬਤੌਰ ਕੈਮਰੇ ਦੇ ਉੱਤੇ ਕਹਾਂਗਾ, ਕਿਉਂਕਿ ਜੇਕਰ ਅੱਜ ਤੋਂ ਪਹਿਲਾਂ ਕਹਿੰਦੇ ਤਾਂ ਹੋ ਸਕਦਾ ਸਾਨੂੰ ਵੀ ਕਿਹਾ ਜਾਂਦਾ ਕਿ ਅਸੀਂ ਕਿਸਾਨੀ ਘੋਲ ਨੂੰ ਢਾਹ ਲਾ ਰਹੇ ਹਾਂ, ਤਾਂ ਹੀ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਸੰਕੋਚਿਆ ਹੋਇਆ ਸੀ ਬੋਲਣ ਤੋਂ। ਲੇਕਿਨ ਅਜਮੇਰ ਸਿੰਘ ਲੱਖੋਵਾਲ ਅੱਜ ਤੱਕ ਇਹ ਨਹੀਂ ਕਲੀਅਰ ਕਰ ਸਕੇ ਕਿ ਉਹਨਾਂ ਨੇ ਬਤੌਰ ਚੇਅਰਮੈਨ, ਜਿੰਨੀ ਦਫਾ ਵੀ ਉਹ ਚੇਅਰਮੈਨ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ, ਉਹਨਾਂ ਨੇ ਕਿਹੜੇ ਕਿਸਾਨੀ ਮੁੱਦੇ ਸੀ ਜਿਹੜੇ ਸੈਂਟਰ ਦੇ ਨਾਲ ਵਿਚਾਰਨਾ ਦਾ ਕੀ ਸੀ। ਲੇਕਿਨ ਜੇ ਅਜਮੇਰ ਸਿੰਘ ਲੱਖੋਵਾਲ ਉਹਨਾਂ ਦੀਆਂ ਪ੍ਰਾਪਰਟੀਆਂ ਦੇਖੀਏ ਤਾਂ ਉਹ ਜ਼ਰੂਰ ਵੱਧ ਗਈਆਂ, ਲੇਕਿਨ ਕਿਸਾਨਾਂ ਦੀ ਜਿਹੜੀ ਆਰਥਿਕ ਦਸ਼ਾ ਸੀ ਉਹ ਜ਼ਰੂਰ ਘਟੀ ਹੈ। ਨਾ ਕਿਸਾਨ ਯੂਨੀਅਨ ਦਾ ਵਰਤਿਆ, ਲੇਕਿਨ ਲੱਖੋਵਾਲ ਸਾਹਿਬ ਨੇ ਪੈਸਾ ਆਪਣਾ ਕਮਾਇਆ। ਇਹ ਅੱਜ ਸਾਨੂੰ ਕਹਿਣਾ ਪੈ ਰਿਹਾ। ਮੈਂ ਸਵਾਗਤ ਕਰਾਂਗਾ ਜੇਕਰ ਜਿਹੜੀਆਂ 31 ਕਿਸਾਨ ਜਥੇਬੰਦੀਆਂ ਸੀ ਜਿਨ੍ਹਾਂ 'ਚ ਇੱਕ ਅਜਮੇਰ ਸਿੰਘ ਲੱਖੋਵਾਲ ਦੀ ਸੀ, ਜੇ ਅੱਜ ਉਹਨਾਂ 'ਚੋਂ ਬਾਹਰ ਕਰਿਆ ਤਾਂ ਇਸ ਗੱਲ ਦਾ ਮੈਂ ਸਵਾਗਤ ਕਰਦਾ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਜੇਕਰ ਸੁਪਰੀਮ ਕੋਰਟ ਦੇ ਵਿੱਚ ਉਹ ਵਾਪਸ ਨਾ ਕਰਦੇ, ਪਟੀਸ਼ਨਾਂ ਨੂੰ ਵਾਪਸ ਨਾ ਲੈਂਦੇ, ਤਾਂ ਕਿਤੇ ਨਾ ਕਿਤੇ ਫਿਰ ਜੋ ਸੰਘਰਸ਼ ਪੰਜਾਬ ਦੇ ਚੱਲ ਰਹੇ ਨੇ, ਇਹਨਾਂ ਸੰਘਰਸ਼ਾਂ ਨੂੰ ਢਾਹ ਲੱਗਣੀ ਸੀ। ਦੇਖੋ, ਇੱਕ ਤਾਂ ਉਹਨਾਂ ਨੇ ਜਿਹੜਾ ਇਹ ਪਟੀਸ਼ਨ ਵਾਪਸ ਲਈ ਹੈ ਉਹ ਇਸ ਕਰਕੇ ਵਾਪਸ ਲਈ ਹੈ, ਜਿਵੇਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਹਿਲਾਂ ਤਾਂ ਇਹਨਾਂ ਕਾਨੂੰਨਾਂ ਨੂੰ ਨਾਲ ਬੈਠ ਕੇ, ਇਹਨਾਂ ਨੂੰ ਆਰਡੀਨੈਂਸਾਂ ਨੂੰ ਹਰਸਿਮਰਤ ਕੌਰ ਬਾਦਲ ਨੇ ਵਿੱਚ ਬਹਿ ਕੇ, ਕੇਂਦਰੀ ਕੈਬਨਿਟ ਦੀ ਵਜ਼ੀਰ ਸੀਗੀ, ਕੈਬਨਿਟ ਦੇ ਵਿੱਚ ਬੈਠ ਕੇ ਸਾਈਨ ਕਰਕੇ ਇਹਨਾਂ ਨੂੰ ਪਾਸ ਕਰਵਾਇਆ। ਔਰ ਜਦੋਂ ਪੰਜਾਬ ਦੇ ਕਿਸਾਨਾਂ ਦਾ ਸਮੂਹ ਅਦਾਰਿਆਂ ਦਾ ਸਮੂਹ ਲੋਕਾਂ ਦਾ ਪ੍ਰੈਸ਼ਰ ਬਣਿਆ ਤਾਂ ਉਹਨਾਂ ਨੇ ਸੋਚਿਆ ਕਿ ਕਿਤੇ ਸਾਡੀ ਵੋਟ ਨਾ ਖਤਮ ਹੋ ਜਾਵੇ, ਤਾਂ ਕਰਕੇ ਉਹਨਾਂ ਨੇ ਬੀਜੇਪੀ ਤੋਂ ਜਾਂ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦਿੱਤਾ। ਇਸੇ ਤਰ੍ਹਾਂ ਜਾਂ ਲਾ ਲਓ ਇਸੇ ਤਰ੍ਹਾਂ ਹੀ ਲੱਖੋਵਾਲ ਉਹਨਾਂ ਨੇ ਪਹਿਲਾਂ ਤਾਂ ਪਟੀਸ਼ਨ ਪਾਈ ਕਿਹੜੇ ਕਾਰਨ ਕਿ ਉਹਨਾਂ ਦੇ ਉੱਤੇ ਵੀ ਹੋ ਸਕਦਾ, ਕਿਉਂਕਿ ਜਦੋਂ ਬੰਦਾ ਚੇਅਰਮੈਨ ਜਾਂ ਸਰਕਾਰੀ ਸੁੱਖ ਭੋਗਦਾ ਹੈ ਤਾਂ ਉਹਦੇ ਬਹੁਤ ਇਹੋ ਜਿਹੇ ਅੰਦਰਲੇ ਰਾਜ ਹੁੰਦੇ ਆ ਜਿਹੜੇ ਸਰਕਾਰਾਂ ਦਬਾ ਦਿੰਦੀਆਂ। ਉਹਦੇ ਕਾਰਨ ਉਹਨਾਂ ਨੇ ਪਟੀਸ਼ਨ ਪਾਈ। ਪਟੀਸ਼ਨ ਪਾਉਣ ਦਾ ਕਾਰਨ ਕੀ ਸੀ ਕਿ ਸਰਕਾਰ ਇਹ ਚਾਹੁੰਦੀ ਸੀ ਕਿ ਅਸੀਂ ਕਿਸੇ ਨਾ ਕਿਸੇ ਧਿਰ ਵੱਲੋਂ ਪਟੀਸ਼ਨ ਪਵਾਈਏ, ਜੇ ਕੱਲ੍ਹ ਨੂੰ ਸਰਕਾਰ ਸਾਡੇ ਕੋਲ ਕੋਈ ਮੰਗਾਂ ਦੀ ਗੱਲ ਕਰਦੀ ਹੈ, ਕਿਸਾਨ ਯੂਨੀਅਨ ਕੋਈ ਮੰਗਾਂ ਦੀ ਗੱਲ ਕਰਦੀ ਹੈ, ਤਾਂ ਅਸੀਂ ਕਹਿ ਸਕੀਏ ਕਿ ਹੁਣ ਇਹ ਮਸਲਾ ਕੋਰਟ ਦੇ ਵਿੱਚ ਹੈ। ਸਰਕਾਰ ਇਹ ਗੱਲ ਦਾ ਲੈਣਾ ਚਾਹੁੰਦੀ ਸੀਗੀ ਫਾਇਦਾ, ਔਰ ਜਿਹੜੀ ਵਾਪਸ ਲਈ ਹੈ, ਵਾਪਸ ਵੀ ਲੋਕਾਂ ਦੇ ਰੋਹ ਦੇ ਥੱਲੇ ਆ ਕੇ ਲਈ ਹੈ ਨਾ ਜੀ, ਕਿ ਵਾਪਸ ਅਸੀਂ ਪੰਜਾਬ ਦੇ ਵਿੱਚ ਵੀ ਜਾਣਾ। ਸੋ ਲੱਖੋਵਾਲ ਦੇ ਸਪੁੱਤਰ ਹੈ ਜਿਹੜੇ, ਉਹਨਾਂ ਨੇ ਵਾਪਸ ਲਈ ਹੈ, ਉਹ ਵੀ ਪੰਜਾਬ ਦੇ ਵਿੱਚ ਰਹਿਣ ਕਰਕੇ ਕਿ ਅਸੀਂ ਪੰਜਾਬ ਦੇ ਵਿੱਚ ਰਹਾਂਗੇ ਕਿਵੇਂ, ਇਸ ਕਰਕੇ ਦੂਜੇ ਦਿਨ ਵਾਪਸ ਲਈ ਹੈ। ਔਰ ਇੱਕ ਹੋਰ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜੇਵਾਲ ਸਾਹਿਬ ਦਾ ਤਾਂ ਬਿਆਨ ਵੀ ਆ ਗਿਆ ਸੀਗਾ ਕਿ ਜਿਨ੍ਹਾਂ ਨੇ ਪਟੀਸ਼ਨ ਪਾਈ ਹੈ ਉਹ ਕਿਸਾਨੀ ਘੋਲਾਂ ਦੇ ਨਾਇਕ ਨਹੀਂ ਹੈਗੇ, ਜਾਂ ਕਿਸਾਨੀ ਘੋਲਾਂ ਦੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਹੈ। ਸੋ ਇਸ ਕਰਕੇ ਅੱਜ ਕਿਸਾਨ ਯੂਨੀਅਨ ਦੇ ਆਗੂ ਹੀ ਉਹਨਾਂ ਨੂੰ ਇਹ ਗੱਲ ਦੀ ਕਲੀਅਰ ਕਰ ਗਏ। ਜਦੋਂ ਸੁਖਬੀਰ ਸਿੰਘ ਬਾਦਲ ਖੇਤੀਬਾੜੀ ਮੰਤਰੀ ਤੋਮਰ ਤੋਂ ਚਿੱਠੀ ਲੈ ਕੇ ਆਏ ਸੀ ਤਾਂ ਉਦੋਂ ਵੀ ਲੱਖੋਵਾਲ ਨੇ ਸਵਾਗਤ ਕੀਤਾ ਸੀ, ਤਾਂ ਹੁਣ ਵੀ ਫਿਰ ਮੇਰੀ ਕਿਸਾਨ ਜਥੇਬੰਦੀਆਂ ਨਾਲ ਕੱਲ੍ਹ ਦੀ ਲਗਾਤਾਰ ਗੱਲ ਹੋ ਰਹੀ ਹੈ। ਉਹਨਾਂ ਨੂੰ ਮੈਂ ਸਵਾਲ ਪੁੱਛਿਆ ਸੀ ਕਿਸਾਨ ਜਥੇਬੰਦੀਆਂ ਨੂੰ ਕਿ ਜਦੋਂ ਲੱਖੋਵਾਲ ਸਾਹਿਬ ਚਿੱਠੀ ਲੈ ਕੇ ਆਏ ਸੀ ਉਹਨਾਂ ਨੇ ਧੰਨਵਾਦ ਕੀਤਾ ਸੀ, ਤਾਂ ਹੁਣ ਅਕਾਲੀ ਦਲ ਦਾ ਆਪਣੇ ਸਟੈਂਡ ਤੋਂ ਰੁਖ ਬਦਲ ਗਿਆ। ਉਹਨਾਂ ਦਾ ਕਹਿਣਾ ਹੈ ਕਿ ਆਰਡੀਨੈਂਸ ਨੇ ਪਹਿਲਾਂ ਹਿੱਤ ਦੇ ਵਿੱਚ ਸੀ, ਹੁਣ ਉਹ ਮਾਰੂ ਹੋ ਗਏ। ਮੇਰਾ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਸੀ ਕਿ ਹੁਣ ਤੁਸੀਂ ਲੱਖੋਵਾਲ ਨੂੰ ਪੁੱਛਿਆ ਨਹੀਂ ਹੈਗਾ ਕਿ ਫਿਰ ਉਹ ਚਿੱਠੀ ਲੈ ਕੇ ਆਏ ਸੀ ਤਾਂ ਹੁਣ ਵਿਰੋਧ ਦੇ ਵਿੱਚ ਕਿਵੇਂ ਹੋ ਗਏ।
ਤੇ ਤੁਸੀਂ ਕਿਵੇਂ ਦੇਖਦੇ ਹੋ ਫਿਰ ਇਹਨੂੰ? ਗੁਰਜਿੰਦਰ ਜੀ, ਅਸਲ ਤਾਂ ਅਕਾਲੀ ਦਲ ਤਾਂ ਹੈ ਨਹੀਂ ਜੀ। ਹੁਣ ਅਕਾਲੀ ਦਲ ਤਾਂ ਬੜਾ ਸ਼ਾਨਾ ਮੱਤਾ ਇਤਿਹਾਸ ਸੀਗਾ। ਇਹ ਤਾਂ ਬਾਦਲ ਲਿਮਟਿਡ ਕੰਪਨੀ ਹੈ। ਲਿਮਟਿਡ ਕੰਪਨੀ ਦਾ ਕੰਮ ਹੁੰਦਾ ਆਪਣੀ ਕੰਪਨੀ ਨੂੰ ਕਿਵੇਂ ਫਾਇਦਾ ਹੁੰਦਾ ਹੈ। ਸੋ ਬਾਦਲ ਟੋਲਾ ਵੀ ਆਪਣੀ ਕੰਪਨੀ ਨੂੰ ਫਾਇਦਾ ਨਫੇ ਨੁਕਸਾਨ ਦੀ ਗੱਲ ਕਰਦਾ। 1978 ਦੇ ਵਿੱਚ ਆਪਣਾ ਜਦੋਂ ਸੀਐਮ ਬਣੇ ਪ੍ਰਕਾਸ਼ ਸਿੰਘ ਬਾਦਲ, ਅੱਜ ਆਪਾਂ ਸ਼ੰਭੂ ਮੋਰਚੇ ਦੇ ਬੈਠੇ ਹਾਂ। ਇੱਥੋਂ 10 ਕਿਲੋਮੀਟਰ ਦੂਰ ਕਪੂਰੀ ਪਿੰਡ ਹੈ, ਉੱਥੇ ਕਪੂਰੀ ਮੋਰਚਾ ਵੀ ਲੱਗਿਆ ਸੀਗਾ। ਉਹੀ SYL ਨਹਿਰ ਦੀ ਕੱਢਣ ਦੀ ਗੱਲ ਪ੍ਰਕਾਸ਼ ਸਿੰਘ ਬਾਦਲ ਨੇ ਆਪ ਜ਼ਮੀਨ ਅਕਵਾਇਰ ਕਰਾਈ, ਆਪ ਜ਼ਮੀਨ ਦੇ ਪੈਸੇ ਲਏ, ਜਮ੍ਹਾਂ ਕਰਾਏ ਜਦੋਂ ਮੁੱਖ ਮੰਤਰੀ ਸੀ। ਬਾਅਦ ਦੇ ਵਿੱਚ ਜਦੋਂ ਸਰਕਾਰ ਤੋਂ ਪਰੇ ਹੋ ਗਏ, ਫਿਰ ਉਸੇ ਨਹਿਰ ਦੇ ਲਈ ਮੋਰਚਾ ਸ਼ੁਰੂ ਕਰ ਦਿੱਤਾ। ਇਹੀ ਜਮ੍ਹਾਂ ਹੀ ਸੇਮ ਕੰਮ ਅੱਜ ਇਸ ਵਾਰੀ ਹੋਇਆ। ਪਹਿਲਾਂ ਆਰਡੀਨੈਂਸਾਂ ਦੇ ਵਿੱਚ ਇਹਨਾਂ ਨੇ ਮਤਲਬ ਨਾਲ ਹੋ ਕੇ ਇਹ ਪਾਸ ਕਰਵਾਏ ਤੇ ਹੁਣ ਲੋਕਾਂ ਦੇ ਵਿੱਚ ਜਾਣ ਦੇ ਲਈ ਇਹਨਾਂ ਦੇ ਖਿਲਾਫ ਹੋ ਗਏ। ਜਿਹੜੀ ਤੁਸੀਂ ਗੱਲ ਕਹੀ ਹੈ ਤੋਮਰ ਦੀ ਚਿੱਠੀ ਦਾ ਵੀ ਸਵਾਗਤ ਕੀਤਾ, ਲੋਕਾਂ ਨੂੰ ਚਿੱਠੀ ਵੀ ਦਿਖਾਈ। ਵੱਡੇ ਬਾਦਲ ਸਾਹਿਬ ਨੇ ਜਾ ਕੇ ਮਤਲਬ ਇਹ ਵੀ ਕਿਹਾ ਕਿ ਆਰਡੀਨੈਂਸ ਲੋਕਾਂ ਦੇ ਬਹੁਤ ਫਾਇਦੇ 'ਚ ਹੈ। ਬੀਬੀ ਹਰਸਿਮਰਤ ਕੌਰ ਦੀ ਵੀ YouTube ਤੇ ਅੱਜ ਵੀ ਉਹਨਾਂ ਦੀ ਦੇਖ ਸਕਦੇ ਹੋ, ਜਿਹੜੀ ਆਮ ਸੋਸ਼ਲ ਮੀਡੀਆ ਤੇ ਚੱਲਦੀ ਹੈ। ਉਹਨੇ ਵੀ ਕਿਹਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਲੇਕਿਨ ਹੁਣ ਕਹਿੰਦੀ ਹੈ ਕਿ ਸਾਨੂੰ ਇਹਨਾਂ ਦੇ ਬਾਰੇ ਪਤਾ ਹੀ ਕੋਈ ਨਹੀਂ। ਹੁਣ ਮੈਨੂੰ ਇਹ ਦੱਸੋ, ਜੇਕਰ ਹਰਸਿਮਰਤ ਕੌਰ ਬਾਦਲ ਨੂੰ ਨਹੀਂ ਪਤਾ ਆਰਡੀਨੈਂਸ ਦਾ, ਫਿਰ ਉਹ ਕੇਂਦਰੀ ਮੰਤਰੀ ਕਾਹਦੀ ਹੈ? ਉਹ ਕੈਬਨਿਟ ਦੀ ਵਜ਼ੀਰ ਹੋਵੇ, ਉਹਨੂੰ ਇਹ ਨਹੀਂ ਪਤਾ ਕਿ ਮੇਰੇ ਤੋਂ ਸਿਗਨੇਚਰ ਕਾਹਦੇ ਕਰਾਏ ਜਾ ਰਹੇ ਹਨ? ਕੈਬਨਿਟ ਪਾਸ ਕਰਦੀ ਹੈ ਕਾਨੂੰਨਾਂ ਨੂੰ, ਕੈਬਨਿਟ ਪਾਸ ਕਰਦੀ ਹੈ ਆਰਡੀਨੈਂਸ ਨੂੰ। ਮਤਲਬ ਜੇਕਰ ਉਹਨੂੰ ਆਰਡੀਨੈਂਸ ਦਾ ਨਹੀਂ ਪਤਾ ਲੱਗਿਆ ਐਡੇ ਮਹੱਤਵਪੂਰਨ ਦਾ, ਜਿਹੜਾ ਵਰਲਡ ਲੈਵਲ ਤੇ ਰੌਲਾ ਪੈ ਗਿਆ, ਤਾਂ ਉਹ ਮੰਤਰੀ ਕਾਹਦੀ ਸੀ ਜੀ? ਸੋ ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਜਮੇਰ ਸਿੰਘ ਲੱਖੋਵਾਲ ਤੋਂ ਵੀ ਇਹਨਾਂ ਲੋਕਾਂ ਨੇ ਨਾਲ ਹੋ ਕੇ ਕਰਵਾਇਆ ਹੈ। ਕਿਉਂਕਿ ਅਜਮੇਰ ਸਿੰਘ ਲੱਖੋਵਾਲ ਨੂੰ ਚੇਅਰਮੈਨ ਵੀ ਸੁਖਬੀਰ ਬਾਦਲ ਉਹਨਾਂ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਬਣਾਇਆ ਸੀ। ਮੈਂ ਇੱਕ ਗੱਲ ਬੜੀ ਕਲੀਅਰ ਕੱਟ ਕਹਿਣਾ ਹੈ ਕਿ ਅੱਜ ਦੇ ਇਹ ਹਾਲਾਤ ਜਿਹੜੇ ਅਸੀਂ ਧਰਨਾ ਦੇ ਕੇ ਅੱਜ ਸਾਰੇ ਪੰਜਾਬ ਦੇ ਵਿੱਚੋਂ ਇੱਥੇ ਦੀਪ ਸਿੱਧੂ ਉਹਨਾਂ ਨੇ ਇੱਕ ਹੁੱਕਾ ਦਿਆ ਸੀ ਕਿ ਆਓ ਆਪਾਂ ਇਕੱਠੇ ਹੋ ਕੇ ਇਹ ਸ਼ੰਭੂ ਬੈਰੀਅਰ ਦੇ ਉੱਤੇ ਬੈਠੀਏ, ਜਿੱਥੇ ਦਿੱਲੀ ਨੂੰ ਇੱਕ ਸੰਕੇਤ ਮਿਲ ਸਕੇ। ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਹੁੰਗਾਰਾ ਦਿੱਤਾ ਹੈ, ਹਰ ਵਰਗ ਦੇ ਲੋਕ ਇੱਥੇ ਆ ਰਹੇ ਹੈ, ਭਾਵੇਂ ਉਹ ਗੀਤਕਾਰ ਹੋਵੇ, ਸੰਗੀਤਕਾਰ ਹੋਵੇ, ਕਿਸਾਨ ਹੋਵੇ, ਮਜ਼ਦੂਰ ਹੋਵੇ, ਮੁਲਾਜ਼ਮ ਹੋਵੇ, ਉਹ ਹਰ ਬੰਦਾ ਉਰੇ ਹਾਜ਼ਰੀ ਲਵਾ ਕੇ ਜਾ ਰਿਹਾ ਹੈ। ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੀ ਸਰਜ਼ਮੀਨ ਨੂੰ ਜੇ ਦੁਬਾਰਾ ਉੱਕਰਨਾ ਹੈ ਤਾਂ ਸਾਨੂੰ, ਖਾਸ ਕਰਕੇ ਮੈਂ ਵੀ 45-46 ਸਾਲ ਦਾ ਹੋ ਗਿਆ, ਸਾਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਇੱਕ ਨੌਜਵਾਨ ਕਿਸਾਨ ਯੂਨੀਅਨ, ਜਿਹੜੇ ਨੌਜਵਾਨ ਮੁੰਡੇ ਆ, ਅੱਜ ਪ੍ਰਧਾਨ ਜੀ ਗੱਲਾਂ ਕਰਦੇ ਸੀ ਕਿ ਇਸ ਘੋਲ ਦੇ ਵਿੱਚੋਂ ਨੌਜਵਾਨ ਬੜਾ ਉੱਭਰ ਕੇ ਆਇਆ ਹੈ। ਉਹਨਾਂ ਨੌਜਵਾਨਾਂ ਦੇ ਕਾਰਨ ਸੁਨੇਹੇ ਬੜੇ ਲੱਗੇ ਹੈ, ਔਰ ਜਿੱਥੇ ਵੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਤੇ ਧਰਨਾ ਦਿੱਤਾ, ਮੁਜ਼ਾਹਰਾ ਦਿੱਤਾ, ਉਹਦੇ ਵਿੱਚ ਵੱਡੀ ਭੀੜ ਹੋਣ ਦਾ ਕਾਰਨ ਇਹੀ ਹੈ ਕਿ ਨੌਜਵਾਨ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਇਆ ਹੈ। ਸੋ ਇਸ ਕਰਕੇ ਮੈਂ ਇੱਕ ਜ਼ਰੂਰ ਕਹਾਂਗਾ ਕਿ ਨੌਜਵਾਨਾਂ ਨੂੰ ਇਕੱਠੇ ਹੋ ਕੇ ਇੱਕ ਕਿਸਾਨ ਯੂਨੀਅਨ ਦੇ ਵਿੱਚ ਵੀ ਰੋਲ ਅਦਾ ਕਰਨਾ ਚਾਹੀਦਾ, ਭਾਵੇਂ ਉਹ ਕੋਈ ਨੌਜਵਾਨ ਕਿਸਾਨ ਯੂਨੀਅਨ ਹੀ ਬਣਾ ਲੈਣ, ਤਾਂ ਕਿ ਆਪਾਂ ਅੱਗੇ ਹੋ ਕੇ ਕੋਈ ਨਵੀਆਂ ਤਰੰਗਾਂ ਛੇੜ ਸਕੀਏ। ਕਿਉਂਕਿ ਕਿਸਾਨ ਯੂਨੀਅਨ ਵੀ ਇੱਕ ਵੱਡਾ ਰੋਲ ਪੰਜਾਬ ਦੀ ਧਰਤੀ ਦੇ ਉੱਤੇ ਅਦਾ ਕਰ ਸਕਦੀ ਹੈ। ਸਾਡੇ ਨਾਲ ਕਿਸਾਨ ਆਗੂ ਵੀ ਮੌਜੂਦ ਨੇ, ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਕਿਹੜੀ ਜਥੇਬੰਦੀ ਹੈ ਆਪਣੀ? ਮੈਂ ਬਲਵੰਤ ਸਿੰਘ ਨੰਡਿਆਲੀ, ਪ੍ਰਧਾਨ ਭਾਰਤੀ ਕਿਸਾਨ ਜ਼ਿਲ੍ਹਾ ਮੋਹਾਲੀ ਭੁਪਿੰਦਰ ਮਾਨ। ਮੈਂ ਇੱਥੇ ਮਾਨ ਜਥੇਬੰਦੀ ਵੱਲੋਂ ਨਾ ਹੋ ਕੇ ਐਜ਼ ਇੱਕ ਕਿਸਾਨ ਆਇਆ। ਮੈਂ ਦੀਪ ਸੰਧੂ ਵੀਰ ਜੀ ਦੇ ਜਿਹੜਾ ਸਾਡਾ ਬੱਚਾ ਛੋਟਾ, ਉਹਦੇ ਇਹ ਸੱਦੇ ਕਰਕੇ ਆਇਆ ਕਿ ਨੌਜਵਾਨੋ ਇਕੱਠੇ ਹੋ ਜਾਓ, ਜੇ ਪੰਜਾਬ ਨੂੰ ਬਚਾਉਣਾ। ਪੰਜਾਬ ਹੈ ਜਿਹੜਾ ਉਹ ਸਾਰੇ ਦੇਸ਼ ਨੂੰ ਅਗਵਾਈ ਦੇ ਰਿਹਾ। ਪੰਜਾਬ ਇੱਕ ਉਹ ਸੂਬਾ ਹੈ ਜਿਹਨੂੰ ਸਭ ਤੋਂ ਜ਼ਿਆਦਾ ਜਿਹੜੇ ਆਰਡੀਨੈਂਸ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਨੇ, ਜਿਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਹੈ ਜਿਹੜਾ ਉਹ ਪੰਜਾਬ ਨੂੰ ਹੋਣਾ। ਪੰਜਾਬ 'ਚ ਭਾਵੇਂ ਉਹ ਰੇਹੜੀ ਫੜੀ ਵਾਲਾ, ਭਾਵੇਂ ਉਹ ਮਜ਼ਦੂਰ ਹੈ, ਭਾਵੇਂ ਉਹ ਆੜ੍ਹਤੀਆ, ਭਾਵੇਂ ਉਹ ਸ਼ੈਲਰ ਮਾਲਕ ਹੈ, ਜੇ ਨੁਕਸਾਨ ਹੋਣਾ ਤਾਂ ਸਭ ਤੋਂ ਵੱਧ ਪੰਜਾਬ ਨੂੰ ਹੋਣਾ। ਕਿਉਂ ਹੋਣਾ? ਕਿਉਂਕਿ ਪੰਜਾਬ ਨੇ ਜਿਹੜੇ ਹਰੀ ਕ੍ਰਾਂਤੀ ਦੀ ਪੰਜਾਬ ਨੂੰ ਲੋੜ ਨਹੀਂ ਸੀ, ਉਹ ਹਰੀ ਕ੍ਰਾਂਤੀ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਸਵਰਗੀ ਲਾਲ ਬਹਾਦਰ ਸ਼ਾਸਤਰੀ ਸਨ, ਜਿਨ੍ਹਾਂ ਨੇ ਇੱਕ ਹੋਕਾ ਦਿੱਤਾ ਸੀ ਕਿ ਹਿੰਦੁਸਤਾਨ ਦੇ ਲੋਕੋ, ਜੇ ਤੁਸੀਂ ਜਿਉਂਦੇ ਰਹਿਣਾ ਤਾਂ ਮੰਗਲਵਾਰ ਦਾ ਵਰਤ ਰੱਖੋ, ਭੁੱਖ ਵਰਤ ਰੱਖਦੇ ਸੀ। ਉਹਨੇ ਇੱਕ ਪੰਜਾਬੀਆਂ ਨੇ ਉਸ ਤੋਂ ਖਫਾ ਹੋ ਕੇ ਹਰੀ ਕ੍ਰਾਂਤੀ ਦਾ ਜਿਹੜਾ ਨਾਅਰਾ ਹੈ ਉਹ ਪੰਜਾਬ 'ਚ ਦਿੱਤਾ। 2% ਜਿਨ੍ਹਾਂ ਨੂੰ ਪੰਜਾਬੀਆਂ ਨੂੰ 2% ਕਿਹਾ ਜਾਂਦਾ, ਉਹਨਾਂ ਨੇ 65% ਲੋਕਾਂ ਦਾ ਜਿਹੜਾ ਢਿੱਡ ਭਰਨ ਦਾ ਜਿਹੜਾ ਬੀੜਾ ਚੁੱਕਿਆ ਸੀ, ਉਹਦੇ ਵਿੱਚ ਤਾਂ ਉਹ ਸਫਲ ਹੋ ਗਏ। ਪਰ ਆਪ ਹੈ ਜਿਹੜਾ ਉਹ ਖੁਦਕੁਸ਼ੀਆਂ ਦੇ ਰਾਹ ਪੈ ਗਏ। ਕਿਉਂਕਿ ਜਿਹੜਾ ਅਸੀਂ ਨੌਜਵਾਨਾਂ ਨੂੰ ਤੋਂ ਮਾਫੀ ਵੀ ਮੈਂ ਪਿਛਲੀ ਕਈ ਵਾਰ ਸਟੇਜਾਂ ਤੋਂ ਮੰਗੀ ਹੈ ਕਿ ਨੌਜਵਾਨੋ, ਜਿਹੜਾ ਅਸੀਂ ਨਾ, ਮੇਰਾ ਪਿਓ ਜਿਹੜਾ ਮੈਨੂੰ 20-22 ਫੁੱਟ ਦੇ ਮਿੱਠਾ ਪਾਣੀ ਛੱਡ ਕੇ ਗਿਆ ਸੀ, ਅਸੀਂ ਇਹਨਾਂ ਦੇ ਕਹਿ ਕੇ, ਸਿਆਸੀ ਪਾਰਟੀਆਂ ਦੇ ਬਹਿਕਾਵੇ ਵਿੱਚ ਆ ਕੇ
ਉਹ 700 ਤੋਂ 900 ਫੁੱਟ ਤੱਕ ਪਹੁੰਚਾਤਿਆ, ਜਿਹੜਾ ਕਿ ਉਹ ਅੱਜ ਵੀ ਗੰਦਾ। ਅਸੀਂ ਜਿਹੜੀ ਪੰਜਾਬ ਦੀ ਹਵਾ ਸੀ ਉਹਨੂੰ ਇੰਨੀ ਪੈਸਟੀਸਾਈਡ ਉਹਦੇ ਵਿੱਚ ਫੈਲਾਤੀ ਕਿ ਉਹਨੂੰ ਜ਼ਹਿਰੀਲਾ ਬਣਾਤਿਆ। ਅਸੀਂ ਕੈਂਸਰ ਪੈਦਾ ਕਰ ਲਿਆ। ਸਾਡੀ ਜਿਹੜੀ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਨੌਜਵਾਨੋ, ਮੈਂ ਤੁਹਾਤੋਂ ਇੱਥੋਂ ਤੱਕ ਵੀ ਮਾਫੀ ਮੰਗਦਾ ਕਿ ਮੈਂ ਝੋਨਾ ਪਾਲਣ ਵਾਸਤੇ ਅਗਰ ਮੇਰੀ ਮੋਟਰ ਖਰਾਬ ਹੋ ਗਈ, ਮੈਂ ਆਪਣੀ ਘਰ ਵਾਲੀ ਦੇ ਗਹਿਣੇ ਵੇਚਣ ਤੱਕ ਤਿਆਰ ਹੋ ਗਿਆ, ਪਰ ਦੇਸ਼ ਨੂੰ ਭੁੱਖ ਮਰਨ ਤੋਂ ਬਚਾਇਆ। ਪਰ ਸਜ਼ਾ ਕੀ ਮਿਲੀ ਸਾਨੂੰ? ਖੁਦਕੁਸ਼ੀਆਂ। ਇਸ ਕਰਕੇ ਸਭ ਤੋਂ ਵੱਧ ਨੁਕਸਾਨ ਹੈ ਜਿਹੜਾ ਉਹ ਪੰਜਾਬ ਨੂੰ ਹੋਣਾ। ਗੱਲ ਇੱਥੇ ਚੱਲਦੀ ਰਹੀ ਹੈ ਸਿਆਸੀ ਪਾਰਟੀਆਂ ਦੀ। ਸਿਆਸੀ ਪਾਰਟੀਆਂ ਦੋ ਤਰ੍ਹਾਂ ਦੀ ਲੜਾਈ ਅੱਜ ਪੰਜਾਬ ਸ਼ੁਰੂ ਹੋ ਰਹੀ ਹੈ। ਇੱਕ ਤਾਂ ਹੈ 2022 ਦੀ ਲੜਾਈ। ਸਿਆਸੀ ਪਾਰਟੀਆਂ 2022 ਦੀ ਲੜਾਈ ਲੜ ਰਹੀਆਂ। ਜਿਹੜੇ ਨੌਜਵਾਨ ਬੈਠਿਆ ਇਹ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਇਸ ਕਰਕੇ ਮੈਂ ਇਸ ਨੂੰ ਜਿਹੜੀ ਹੋਂਦ ਦੀ ਲੜਾਈ ਹੈ ਇਹਨੂੰ ਚੰਗਾ ਸਮਝਦਾ। ਸਿਆਸੀ ਪਾਰਟੀਆਂ ਵਾਲੇ ਜਿਹੜੀ ਮੈਂ ਗੱਲ ਕਰਾਂ, 2006 ਚ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਜਿਨ੍ਹਾਂ ਨੇ ਮੰਡੀ ਐਕਟ ਪ੍ਰੋਡਿਊਸ ਤਹਿਤ ਖੁੱਲੀ ਮੰਡੀ ਦਾ ਸੱਦਾ ਦਿੱਤਾ ਸੀ 2006 ਚ। ਉਸ ਤੋਂ ਬਾਅਦ 2013 ਚ ਬਾਦਲ ਦੀ ਸਰਕਾਰ ਆਈ ਜਿਨ੍ਹਾਂ ਨੇ ਕੰਡਕਟ ਫਾਰਮਿੰਗ ਦੇ ਕਾਨੂੰਨ ਬਣਾਇਆ। ਜਿਹੜੇ ਹੁਣ ਮੋਦੀ ਨੇ ਕਾਨੂੰਨ ਬਣਾਏ ਇਹ ਪਹਿਲਾਂ ਬਾਦਲ ਸਰਕਾਰ, ਅਮਰਿੰਦਰ ਸਰਕਾਰ ਬਣਾ ਚੁੱਕੀਆਂ ਨੇ। ਇਸ ਕਰਕੇ ਅੱਜ ਸਾਨੂੰ ਇਹ ਟਰੈਕਟਰ ਰੈਲੀਆਂ ਕੱਢ ਕੇ, ਧਰਨੇ ਦੇ ਕੇ, ਸਾਡਾ ਜਿਹੜਾ ਸੰਘਰਸ਼ ਹੈ ਜਿਹੜਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨੂੰ ਫੇਲ ਕਰਨ ਵਾਸਤੇ ਤੁਰੀਆਂ ਹੋਈਆਂ, ਨਾ ਕਿ ਇਹਨਾਂ ਨੂੰ ਕਿਸਾਨਾਂ ਨਾਲ ਕੋਈ ਪਿਆਰ ਨਹੀਂ। ਇਹਨਾਂ ਦੀ 2020 ਦੀ ਲੜਾਈ। ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਕਿ 31 ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਕਿਸਾਨੀ ਦੀ ਗੱਲ ਕਰੀ ਸੀ, ਪਰ ਹੁਣ 31 ਤੋਂ ਫਿਰ 30 ਰਹਿ ਗਈਆਂ ਨੇ। ਅਜਮੇਰ ਸਿੰਘ ਲੱਖੋਵਾਲ ਨੂੰ ਤੁਸੀਂ ਫਿਰ ਬਾਹਰ ਦਾ ਰਸਤਾ ਦਿਖਾਤਾ। ਅਜਮੇਰ ਸਿੰਘ ਲੱਖੋਵਾਲ ਦੇ ਬਾਰੇ ਮੈਂ ਗੱਲ ਕਰਨੀ ਚਾਹਾਂਗਾ ਕਿਉਂਕਿ ਮੈਂ 8 ਸਾਲ ਲਗਾਤਾਰ ਪਟਿਆਲੇ ਜ਼ਿਲ੍ਹੇ ਦਾ ਲੱਖੋਵਾਲ ਦਾ ਪ੍ਰਧਾਨ ਰਿਹਾ। ਪਰ ਉਹ ਜਦੋਂ ਸਟੇਜ ਤੋਂ ਕਹਿੰਦਾ ਸੀ ਵੀ ਜਿੱਦਣ ਕਿਸਾਨ ਦੇ ਹੱਥ 'ਚ ਕਲਮ ਆ ਗਈ ਉਦੋਂ ਦੇਖਿਓ, ਪਰ ਜਦੋਂ ਉਹਨੇ ਚੇਅਰਮੈਨ ਬਣਿਆ, ਉਹਨੇ ਬਣਦੇ ਸਾਰੇ ਜਿਸ ਤਰ੍ਹਾਂ ਹੁਣ ਮੋਦੀ ਨੇ ਕਿਸਾਨਾਂ ਦੇ ਮੌਤ ਦੇ ਵਾਰੰਟ ਤੇ ਦਸਤਖਤ ਕੀਤੇ, ਸਭ ਤੋਂ ਪਹਿਲਾਂ ਇਹ ਲੱਖੋਵਾਲ ਕਰ ਚੁੱਕਿਆ ਮੰਡੀ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ। ਜਦੋਂ ਚੇਅਰਮੈਨ ਬਣਿਆ, ਸੈਨ ਕਾਹਦੇ ਤੇ ਕਰੇ ਸੀ? ਕਿਸਾਨਾਂ ਦੀ ਮੌਤ ਤੇ ਵਾਰੰਟ ਦੇ। ਕਿਹੜੇ ਸਨ ਦੇ ਵਿੱਚ, ਕਿਹੜੀ ਸਰਕਾਰ ਦੇ ਆਰਡੀਨੈਂਸ ਤੇ? ਜਦੋਂ ਲੱਖੋਵਾਲ ਚੇਅਰਮੈਨ ਬਣਿਆ, ਸਨ ਤਾਂ ਮੇਰੇ ਹੁਣ ਯਾਦ ਨਹੀਂ, ਉਹ ਇੱਕ ਸਰਕੂਲਰ ਜਾਰੀ ਕਰਤਾ, ਇਹਨੇ ਇੱਕ ਮੰਡੀ ਬੋਰਡ 'ਚ ਕਾਨੂੰਨ ਪਾਸ ਕਰਦਿਆ ਕਿ ਜਿਹੜਾ ਕਿਸਾਨ ਆਪਣੀ ਫਸਲ ਮੰਡੀ 'ਚ ਲੈ ਕੇ ਜਾਏਗਾ ਉਹਦੇ ਉੱਤੇ ਜਿਹੜਾ ਮਾਰਕੀਟ ਅਧਿਕਾਰੀ ਨਾ ਉਹ ਲਿਖੇਗਾ ਫੱਟੀ ਦੇ ਵੀ ਇਹਦੇ 'ਚ ਇੰਨੇ % ਹੈ ਜਿਹੜੀ ਸਿੱਲ ਹੈ, ਇੰਨੇ % ਕਾਲਾ ਦਾਣਾ। ਅਗਰ ਜਿਸ ਤਰ੍ਹਾਂ ਹੁਣ ਝੋਨਾ ਉਹ ਤੇ 17% ਜਿਹੜਾ ਝੋਨਾ ਉਹ ਮੰਡੀ 'ਚ ਆ ਕੇ ਵਿਕਦਾ ਜੀ, ਤੇ 17% ਸਿੱਲ ਹੈ। ਪਰ ਜੇ ਮਾਰਕੀਟ ਦਾ ਅਧਿਕਾਰੀ ਉਸ 'ਤੇ 17.5% ਲਿਖ ਦੇਗਾ ਤਾਂ ਉਹ ਜਿਹੜਾ ਪਰਚੇਜ਼ ਏਜੰਸੀ ਹੈ, ਜੇ ਉਹ 18% ਚੱਕਣੀ ਚਾਹ ਭਰਾਤਰੀ ਤੌਰ ਤੇ, ਉਹ ਬਿਲਕੁਲ ਨਹੀਂ ਚੱਕ ਸਕੇ ਕਿਉਂਕਿ ਉਸ 'ਤੇ ਪਹਿਲਾਂ 17.5% ਲਿਖੋ ਹੋਇਆ ਚੱਕਿਆ। ਤਾਂ ਜਦੋਂ ਮੰਡੀ ਬੋਰਡ ਦਾ ਚੇਅਰਮੈਨ ਬਣ ਕੇ ਸਾਡੇ ਬਨੂੜ 'ਚ ਮੰਡੀ 'ਚ ਆਇਆ, ਇਹਦਾ ਮੈਂ ਘਰਾਓ ਕੀਤਾ ਕਿਸਾਨਾਂ ਨੂੰ ਨਾਲ ਲੈ ਕੇ ਵੀ ਸਾਰੇ ਤੇ ਫੱਟੀ ਇਹਦੇ ਫਾਇਦਾ ਦੱਸੋ ਕੀ ਹੈ। ਅੱਗੋਂ ਘੜੂਆ ਸਾਹਿਬ ਸੀ ਇਹਨਾਂ ਦੇ ਸਾਡੇ ਇੱਕ ਜਨਰਲ ਸਕੱਤਰ, ਜਿਹੜੇ ਕਿ ਹੁਣ ਮਰਹੂਮ ਇਸ ਦੁਨੀਆ 'ਚੋਂ ਚਲੇ ਗਏ ਵਿਚਾਰੇ, ਉਹ ਮੈਨੂੰ ਕਹਿਣ ਲੱਗੇ ਇਹਦਾ ਪਤਾ ਲੱਗ ਜਾਣਾ ਵੀ ਕਿਸਾਨ ਕਦੋਂ ਢੇਰੀ ਲੈ ਕੇ ਆਇਆ। ਤਾਂ ਮੈਂ ਇਹਨਾਂ ਨੂੰ ਸਵਾਲ ਕੀਤਾ, ਮੈਂ ਘੜੂਆ ਸਾਹਿਬ, ਪਹਿਲਾਂ ਤਾਂ ਮੈਂ ਤੁਹਾਨੂੰ ਸਵਾਲ ਨਹੀਂ ਕੀਤਾ, ਮੈਂ ਚੇਅਰਮੈਨ ਸਾਹਿਬ ਨੂੰ ਸਵਾਲ ਕੀਤਾ। ਫਿਰ ਹੀਪ ਰਜਿਸਟਰ 'ਚ ਪਹਿਲਾਂ ਹੀ ਮਾਰਕੀਟ ਕਮੇਟੀ 'ਤੇ ਲਿਖਿਆ ਜਾਂਦਾ ਵੀ ਕਿਸਾਨ ਕਦੋਂ ਲੈ ਕੇ ਆਇਆ। ਫਿਰ ਉੱਥੇ ਸਾਡਾ ਜਿਹੜਾ ਆੜ੍ਹਤੀ ਐਸੋਸੀਏਸ਼ਨ ਦਾ ਪ੍ਰਧਾਨ ਸੀ, ਤਾਂ ਅਸੀਂ ਇਕੱਠੇ ਹੋ ਕੇ ਪ੍ਰੈਸ ਦੇ ਸਾਹਮਣੇ, ਸਾਡੇ ਉਸ ਟਾਈਮ 26 ਆੜ੍ਹਤੀ ਸੀ ਬਨੂੜ ਮਾਰਕੀਟ, ਅਸੀਂ ਬਾਈਕਾਟ ਕੀਤਾ ਵੀ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲੈਂਦੇ ਤਾਂ ਅਸੀਂ ਇੱਥੇ ਬੋਲੀ ਹੋਣ ਦੇਵਾਂਗੇ। ਹੁਣ ਨਹੀਂ, ਰਾਤ ਨੂੰ ਫਿਰ ਉਹ ਜਿਹੜਾ ਕਾਨੂੰਨ ਹੈ, ਬਾਦਲ ਦੀ ਸਰਕਾਰ ਸੀ, ਬਾਦਲ ਨੇ ਵਾਪਸ ਲੈ ਲਿਆ ਸੀ। ਅਗਰ ਉਹ ਕਾਨੂੰਨ ਜਾਰੀ ਰਹਿ ਜਾਂਦਾ, ਅੱਜ ਕਿਸਾਨ ਦੀ ਦਸ਼ਾ ਜਿਹੜੀ ਇਸ ਤੋਂ ਵੀ ਬੱਤਰ ਹੋਣੀ ਸੀ। ਹੁਣ ਵੀ ਜੋ ਸਿਆਸੀ ਅਗਲੀ ਗੱਲ ਜਿਹੜੀ 31 ਕਿਸਾਨ ਜਥੇਬੰਦੀਆਂ ਦੀ ਗੱਲ ਕਰ ਰਹੇ, ਇੱਕ ਤਾਂ ਕਿਸਾਨ ਜਥੇਬੰਦੀ ਇਹਨਾਂ ਨੇ ਫਰਕ ਕਰਦੀ। ਭਾਵੇਂ ਮੇਰਾ ਵਿਸ਼ਾ ਨਹੀਂ ਕਿਸੇ ਕਿਸਾਨ ਜਥੇਬੰਦੀ ਦੀ ਆਲੋਚਨਾ ਕਰਨਾ, ਮੈਂ ਆਲੋਚਨਾ ਨਾ ਕਰਦੇ ਹੋਏ ਆਉਣ ਵਾਲਾ ਸੱਚ ਬਿਆਨ ਕਰ ਰਿਹਾ ਕਿ ਜਿਹੜੇ ਉੱਥੇ ਤੁਸੀਂ ਮੇਰੇ ਵੀਰੋ, ਤੁਸੀਂ ਪ੍ਰੈਸ ਵਾਲੇ ਜਾ ਕੇ ਦੇਖਿਆ ਹੋਣਾ, ਝੰਡੇ ਅੱਜ ਵੀ ਉੱਥੇ 30 ਨੇ, ਕਿਸੇ ਪਾਰਟੀ ਨੇ ਝੰਡਾ ਨਹੀਂ ਤਾਰਿਆ। ਜਿੰਨੇ ਵੀ ਬੋਰਡ ਲੱਗੇ ਉਹ CPM ਦੇ ਜਾਂ ਆਪਣੇ ਝੰਡੇ ਲੱਗੇ ਹੋਏ ਨੇ। ਅੱਜ ਕੀ ਹੁਣ ਅੱਜ ਜਿਹੜੀ ਹੁਣ ਮੈਂ ਸਵੇਰ ਦਾ ਪ੍ਰੈਸ 'ਚ ਦੇਖ ਰਿਹਾ, 3:30 ਵਜੇ ਉਹਨਾਂ ਨੇ ਕਿਸਾਨ ਭਵਨ ਮੀਟਿੰਗ ਸੱਦੀ ਹੈ, ਪਰ ਜਿਹੜੀ ਸੈਂਟਰ ਤੋਂ ਚਿੱਠੀ ਆਈ ਹੈ ਉਹ 11 ਮੈਂਬਰੀ ਵਫਦੀ ਆਈ ਹੈ। ਅੱਜ ਉਹ ਜੇ ਤੋਂ 11 ਜਾਣਗੇ ਤਾਂ 19 ਉੱਠਣਗੇ।
ਤੁਹਾਨੂੰ ਨਹੀਂ ਲੱਗਦਾ ਕਿ ਸੈਂਟਰ ਸਰਕਾਰ ਨੇ 11 ਦੀ ਚਿੱਠੀ ਜਾਣ ਕੇ ਕੱਢੀ ਹੈ? ਜਾਣ ਕੇ ਕੱਢੀ ਹੈ। ਜਿਹੜੀ ਖਰੀ ਏਜੰਸੀਆਂ ਨਾ, ਜਿਹੜੀ ਇੰਟੈਲੀਜੈਂਸੀਆਂ ਨੇ, ਉਹ ਇੰਨੀ ਸ਼ਾਤਰ ਨੇ, ਉਹ ਪੰਜਾਬ 'ਚ ਪੰਜਾਬ ਕੀ ਸਾਰੇ ਦੇਸ਼ 'ਚ ਕਿਸੇ ਵੀ ਜਿਹੜਾ ਲਹਿਰ ਹੈ ਉਹਨੂੰ ਖਤਮ ਕਰਨ ਤੇ ਤੁਲੀ ਹੋਈ। ਤੁਹਾਨੂੰ ਕੀ ਲੱਗਦਾ ਜੋ ਕੇਂਦਰ ਸਰਕਾਰ ਨੇ ਬੁਲਾਵਾ ਭੇਜਿਆ ਹੈ ਕਿ ਸਾਡੇ ਨਾਲ ਆ ਕੇ ਗੱਲ ਕਰਨ ਕਿਸਾਨ ਜਥੇਬੰਦੀਆਂ, ਕਿ ਦੇਖੋ ਕੇਂਦਰ ਸਰਕਾਰ ਨੂੰ ਸਪਸ਼ਟ ਤੌਰ ਤੇ ਪਤਾ ਕਿ ਕਿਸਾਨਾਂ ਦੀ ਡਿਮਾਂਡ ਕੀ ਹੈ ਤੇ ਜਥੇਬੰਦੀਆਂ ਨੂੰ ਵੀ ਪਤਾ ਅਸੀਂ ਮੰਗ ਕੀ ਰਹੇ ਹਾਂ। ਇਸੇ ਫਿਰ ਗੱਲਬਾਤ ਦਾ ਰਾਹ ਕੀ ਹੋ ਸਕਦਾ? ਤੁਹਾਨੂੰ ਕੀ, ਤੁਹਾਡੇ ਨਿੱਜੀ ਤਜਰਬੇ ਦੇ ਅਨੁਸਾਰ ਤੁਹਾਨੂੰ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਜਾਣਾ ਚਾਹੀਦਾ? ਮੇਰਾ ਤਾਂ ਖਿਆਲ ਇਹੀ ਹੈ। ਅੱਜ ਅੱਗੇ ਤਾਂ ਪ੍ਰੈਸ ਦਾ ਇੰਨਾ ਹੋਣਾ ਦੀ ਹਰ ਗੱਲ ਮੋਦੀ ਸਿੱਧਾ ਆਪਣੇ ਉਸ 'ਚ ਹਰ ਮਿੰਟ ਨਜ਼ਰ ਹੈ ਉਹਦੀ ਪੰਜਾਬ ਤੇ। ਅਗਰ ਉਸ ਨੂੰ ਇੰਨਾ ਹੀ ਪਿਆਰ ਹੈ ਪੰਜਾਬ ਦੇ ਕਿਸਾਨਾਂ ਨਾਲ, ਤਾਂ ਕਿਸਾਨ ਜਥੇਬੰਦੀਆਂ ਨੂੰ ਸੱਦਣ ਦੀ ਬਜਾਏ ਉਹ ਪਹਿਲਾਂ ਜਿਹੜੇ ਘੱਟੋ ਘੱਟ ਸਪੋਰਟ ਪ੍ਰਾਈਸ ਹੈ, ਜਿਹੜੀ ਘੱਟੋ ਘੱਟ ਕੀਮਤ ਹੈ, ਪਹਿਲੀ ਵਾਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਨਾਲ ਕਿ ਹਰ ਚੀਜ਼ ਦੀ ਜਿਹੜੀ ਕੀਮਤ ਹੈ ਉਹ ਵੱਧ ਤੋਂ ਵੱਧ ਤੈਅ ਕੀਤੀ ਜਾਂਦੀ ਹੈ, ਪਰ ਜੋ ਕਿਸਾਨ ਪੈਦਾ ਕੀਤਾ ਕਰਦਾ ਉਹਦੀ ਘੱਟੋ ਘੱਟ ਕੀਮਤ ਸਹੀ ਕੀਮਤ ਹੁੰਦੀ ਹੈ। ਅਗਰ ਇਸ ਨੂੰ ਇੰਨਾ ਹੀ ਪਿਆਰ ਹੈ ਤਾਂ ਕਿਸਾਨ ਹੈ ਜਿਹੜਾ ਸਾਰੇ ਦੇਸ਼ ਦਾ, ਉਹ ਇੱਕੋ ਮੰਗ ਕਰ ਰਿਹਾ ਕਿ ਜਿਹੜਾ ਘੱਟੋ ਘੱਟ ਸਹੀ ਕੀਮਤ ਹੈ ਇਸ ਨੂੰ ਕਾਨੂੰਨੀ ਦਰਜਾ ਦੇ ਦਿੱਤਾ ਜਾਵੇ। ਜਿਹੜੀ ਖੇਤੀ ਹੈ ਉਹ ਜਿਹੜੀ ਆਰਟੀਕਲ ਮੈਂ ਨਾਂ ਭੁੱਲ ਗਿਆ ਹੁਣ, ਉਸ ਜਿਹੜੀ ਜ਼ਰੂਰੀ ਸੇਵਾਵਾਂ ਦਾ ਕਾਨੂੰਨ ਹੈ ਖੇਤੀ, ਉਹ ਸੰਵਿਧਾਨ 'ਚੋਂ ਕੱਢ ਦਿੱਤੀ ਜਾਵੇ, ਤਾਂ ਕਿ ਕਿਸਾਨ ਹੈ ਜਿਹੜਾ, ਅਗਰ ਸਾਡੇ ਮੰਡੀ 'ਚ ਕੋਈ ਆੜ੍ਹਤੀਏ ਨਾਲ, ਕਿਸੇ ਖਰੀਦ ਏਜੰਸੀ ਨਾਲ ਸਾਡਾ ਕੋਈ ਝਗੜਾ ਹੁੰਦਾ, ਅਸੀਂ ਉਹਦੀ FIR ਕਰਾ ਸਕੀਏ, ਅਸੀਂ ਕੋਰਟ ਜਾ ਸਕੀਏ। ਪਰ ਹੋ ਕੀ ਰਿਹਾ, ਜਿਹੜੀ ਖੇਤੀ ਹੈ 9 ਸ਼ਡਿਊਲ 'ਚ ਸੰਵਿਧਾਨ ਦੇ 'ਚ ਸ਼ਾਮਿਲ ਕੀਤੀ ਹੋਈ ਹੈ, ਜਿਸ ਤਹਿਤ ਅਸੀਂ ਆਪਣਾ ਜਿਹੜਾ ਅਗਰ ਕੋਈ ਡਿਸਪਿਊਟ ਹੁੰਦਾ ਉਹਨੂੰ ਲੈ ਕੇ ਕੋਰਟ ਦੀ ਬਜਾਏ SDM ਕੋਲ ਜਾਂਦੇ। SDM ਕੋਲ ਦੱਸੋ, ਜਦੋਂ 2.5 ਏਕੜ ਵਾਲਾ ਕਿਸਾਨ ਹੈ ਕਿੱਦਾਂ ਜਾਏਗਾ, ਜਦ ਕਿ ਦੂਜੇ ਪਾਸੇ ਉੱਥੇ ਅੰਡਾਨੀ ਮਾਨੀਆਂ ਦੀ 10-10 15-15 ਵਕੀਲਾਂ ਦੀ ਫੌਜ ਹੋਏਗੀ, ਉੱਥੇ ਅਸੀਂ ਕਿੱਦਾਂ ਮੁਕਾਬਲਾ ਕਰਾਂਗੇ? ਸਾਨੂੰ ਜਾਣ ਕੇ ਇੱਕ ਪਾਸੇ ਸਾਨੂੰ ਵਿਚੋਲੇ ਤੋਂ ਛੁਟਕਾਰਾ ਦਿਵਾਉਣ ਦੀ ਗੱਲ ਕੀਤੀ ਜਾਂਦੀ ਹੈ, ਇੱਕ ਪਾਸੇ ਵੱਡੇ ਵਿਚੋਲੇ ਕੋਲ ਮੈਂ ਇਹ ਗੱਲ ਕਹੀ ਕਰਦਾ ਵੀ ਸਾਨੂੰ ਗਿੱਦੜੋਂ ਮੂਹਰੇ ਚੱਕ ਕੇ ਸ਼ੇਰ ਦੇ ਮੂਹਰੇ ਸੁੱਟਣ ਜਾ ਰਹੇ ਹਾਂ, ਜਿਸ ਦਾ ਮੁਕਾਬਲਾ ਅਸੀਂ ਕਰ ਨਹੀਂ ਸਕਦੇ। ਦੇਖੋ ਕਿਸਾਨਾਂ ਦੀ ਲੜਾਈ ਹੈ, ਜ਼ਿਮੀਂਦਾਰਾਂ ਦੀ ਲੜਾਈ ਹੈ, ਪੰਜਾਬ ਦੀ ਲੜਾਈ ਹੈ। ਉਹਨਾਂ ਨੇ 11 ਜਥੇਬੰਦੀਆਂ ਨੂੰ ਸੁਨੇਹਾ ਭੇਜਿਆ, 11 ਵਿਅਕਤੀਆਂ ਨੂੰ ਕਿਹਾ ਕਿ ਸਾਡੇ ਨਾਲ ਗੱਲ ਕਰ ਸਕਦੇ ਨੇ। ਤੁਹਾਨੂੰ ਲੱਗਦਾ ਕਿ ਉੱਥੇ ਜਾਣ ਦੀ ਬਜਾਏ ਇਹ ਗੱਲ ਉਹਨਾਂ ਲੋਕਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ ਜਿਹੜੇ ਸੜਕਾਂ 'ਤੇ ਸੰਘਰਸ਼ ਕਰ ਰਹੇ ਨੇ? ਮੈਂ ਬਿਲਕੁਲ ਤੁਹਾਡੇ ਨਾਲ 100% ਸਹਿਮਤ ਹਾਂ। ਅਗਰ ਜੇ ਪੰਜਾਬ 'ਚ ਲੜਾਈ ਲੈਣੀ ਹੈ, ਇੱਕ ਪਾਸੇ ਉਹ ਕਹਿੰਦੇ ਆ, ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਉਹ 31 ਜਥੇਬੰਦੀਆਂ ਨੂੰ ਵੀ ਤੁਸੀਂ ਇੰਨੀ ਜਥੇਬੰਦੀਆਂ ਕਿਉਂ ਬਣਾਈਆਂ, ਉਹ ਕਹਿੰਦੇ ਸਾਡਾ ਪਰਿਵਾਰ ਇੰਨਾ ਵੱਡਾ ਕਿ ਇਹ ਵੀ ਘੱਟ ਨੇ। ਪਰ ਦੂਜੇ ਪਾਸੇ ਜਦੋਂ ਗੱਲ ਕਰਨ ਦੀ ਗੱਲ ਆਉਂਦੀ ਹੈ ਤਾਂ ਉਹਨਾਂ 'ਚ ਹੋ ਵਹਿਲਾ ਮੱਚ ਜਾਂਦਾ। ਉਹ ਕਹਿੰਦਾ ਮੈਂ ਪਹਿਲਾਂ ਜਾਣਾ, ਉਹ ਕਹਿੰਦਾ ਮੈਂ ਪਹਿਲਾਂ ਜਾਣਾ। ਇਸ ਕਰਕੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਅਗਰ ਸਰਕਾਰ ਨੂੰ ਪਿਆਰ ਹੈ, ਕਿਸਾਨ ਜਥੇਬੰਦੀਆਂ ਨੂੰ ਪਿਆਰ ਹੈ, ਤਾਂ ਲੋਕਾਂ ਸਾਹਮਣੇ ਗੱਲ ਹੋਣੀ ਚਾਹੀਦੀ ਹੈ। ਉੱਥੇ ਜਾ ਕੇ ਵੀ ਉਹਨਾਂ ਨੇ ਕਿਹਾ ਇਹਦੇ ਮਾਧਿਅਮ ਨਾਲ ਗੱਲ ਹੋਣੀ ਕਰੋਨਾ ਕਰਕੇ, ਇੱਥੇ ਮੋਰਚਿਆਂ 'ਤੇ ਬੈਠੇ ਨਾਲ ਵੀ ਹੋ ਸਕਦੀ ਹੈ ਉਹਦਾ, ਜਿਸ ਤਰ੍ਹਾਂ। ਇਸ ਕਰਕੇ ਜ਼ਰੂਰੀ ਹੈ, ਜਦ ਇਹ ਮੰਤਰੀ ਮੰਡਲ ਨਾਲ ਆਪਣੇ ਨਾਲ TV ਦੇ ਮਾਧਿਅਮ ਨਾਲ ਮੀਟਿੰਗਾਂ ਕਰ ਰਹੇ ਆ, ਤਾਂ ਕਿਸਾਨਾਂ ਨਾਲ ਕਿਉਂ ਨਹੀਂ ਕਰ ਸਕਦੇ ਜਿੱਥੇ ਜਿੱਥੇ ਮੋਰਚੇ ਲੱਗੇ ਹੋਏ ਨੇ? ਇਸ ਕਰਕੇ ਇਹ ਨਾ ਕਿਸਾਨ ਏਕਤਾ ਤੋੜਨ ਦੀ ਗੱਲ ਹੋ ਰਹੀ ਹੈ। ਅੱਜ ਜਿਹੜੀ ਲੱਖੋਵਾਲ ਨੇ ਪਟੀਸ਼ਨ ਵਾਪਸ ਲਈ ਹੈ, ਜੋਗਾ ਸਾਹਿਬ ਨੇ ਦੱਸਿਆ ਵੀ ਇਹ ਉਸਨੇ ਲੋਕਾਂ ਦੇ ਦਬਾਅ 'ਚ ਆਣ ਕੇ ਵਾਪਸ ਲਈ, ਭਾਵੇਂ ਲੋਕਾਂ ਦੇ ਦਬਾਅ 'ਚ ਵਾਪਸ ਲਈ ਹੈ। ਉਹਨਾਂ ਨੂੰ ਕਹਿਣ ਦਾ ਮੌਕਾ ਮਿਲ ਗਿਆ ਮੋਦੀ ਨੂੰ ਵੀ ਜੇ ਇੰਨਾ ਹੀ ਲੋਕ ਹਿੱਤ 'ਚ ਦੀ ਪਟੀਸ਼ਨ ਤਾਂ ਵਾਪਸ ਕਿਉਂ ਲਈ? ਉਹ ਜਿਹੀ ਖਾਰਜ ਹੋਣ ਦਾ ਫੈਸਲਾ ਸੀ, ਓਨਾ ਹੀ ਵਾਪਸ ਲੈਣ ਦਾ ਵੀ ਓਨਾ ਹੀ ਨੁਕਸਾਨ ਕਿਸਾਨਾਂ ਦਾ ਹੋ ਗਿਆ। ਵੀ ਜੇ ਸੰਵਿਧਾਨਕ ਤੌਰ ਤੇ ਤੁਸੀਂ ਸੱਚੇ ਸੀ, ਤੁਸੀਂ ਇੱਕ ਵਾਰੀ ਪਟੀਸ਼ਨ ਪਾ ਕੇ ਵਾਪਸ ਕਿਉਂ ਲਈ ਫਿਰ? ਇਸ ਕਰਕੇ ਅੱਜ ਉਸ ਨੂੰ ਉਹਦਾ ਪੱਖ ਹੈ ਜਿਹੜਾ ਇਹਨਾਂ ਦਾ ਮੋਦੀ ਦਾ ਤਕੜਾ ਕਰ ਦਿਆ, ਕਿਸਾਨਾਂ ਦਾ ਕਮਜ਼ੋਰ ਕਰ ਦਿਆ। ਅਗਲੀ ਗੱਲ, ਮੈਂ ਤਾਂ ਇੱਥੋਂ ਤੱਕ ਵੀ ਐ ਜੇ ਕਿਸਾਨ ਕਹਾਂਗਾ ਕਿ ਅੱਜ ਮੰਡੀਆਂ 'ਚ ਜਿਹੜਾ ਉਹ ਝੋਨੇ ਦਾ ਅੰਬਾਰ ਲੱਗੇ ਹੋਏ ਨੇ, ਝੋਨੇ ਦੇ ਉਹਨਾਂ ਨੂੰ ਭਰਨ ਵਾਸਤੇ ਬਾਰਦਾਨੇ ਦੀ ਲੋੜ ਹੈ। ਬਾਰਦਾਨਾ ਜਿਹੜਾ ਪੰਜਾਬ ਤਾਂ ਕੋਈ ਜੂਟ ਦੀ ਫੈਕਟਰੀ। ਕਿ ਨਿਤਿਨ ਗਡਕਰੀ ਦਾ ਬਿਆਨ ਆਇਆ ਸੀ ਕਿ MSP ਦੇ ਦੇਸ਼ ਦੀ ਆਰਥਿਕਤਾ ਨੂੰ ਖਤਰਾ, ਅਸੀਂ ਇਹ ਦੇ ਨਹੀਂ ਸਕਦੇ। ਸ਼ਾਂਤਾ ਕੁਮਾਰ ਕਮੇਟੀ ਬਣੀ ਸੀ ਕਿ ਉਹਨੇ 2014 ਦੇ ਵਿੱਚ BJP ਨੂੰ ਰਿਪੋਰਟ ਕੀਤਾ ਸੀ। ਕਮੇਟੀ ਦਾ ਕਹਿਣਾ ਸੀ ਕਿ FCI ਭੰਗ ਕਰ ਦਿਓ। FCI ਇੱਕ ਬੜਾ ਵੱਡਾ ਚਿੱਟਾ ਹਾਥੀ ਹੈ ਜਿਹਦੇ ਨਾਲ ਦੇਸ਼ ਦੇ ਵਿੱਚ ਘੁਟਾਲਾ ਹੁੰਦਾ। ਉਹ ਤਾਂ ਤੁਸੀਂ ਅਨਾਜ ਦੀ ਗੱਲ ਕੀਤੀ, ਇਹ ਤਾਂ ਫਿਰ ਆਟੋਮੈਟਿਕਲੀ ਖਤਮ ਹੋ ਜਾਏਗਾ।
ਮੈਂ ਇੱਥੇ ਇਹ ਗੱਲ ਸਪਸ਼ਟ ਕਰਨੀ ਚਾਹਾਂਗਾ, ਪਿਛਲੇ ਸਮੇਂ ਤੋਂ ਦੌਰਾਨ ਤੁਸੀਂ ਦੇਖਿਆ ਹੋਣਾ ਕਿਸਾਨ ਦਾ ਆਲੂ ਪੰਜਾਬ 'ਚ 1 ਰੁਪਏ ਕਿਲੋ ਵਿਕਿਆ, ਜਦ ਕਿ ਪਾਕਿਸਤਾਨ 'ਚ ਸਾਡੇ ਗੁਆਂਢ 'ਚ ਬੈਠੇ ਉੱਥੇ 50 ਰੁਪਏ ਕਿਲੋ ਆਲੂ ਦਾ ਭਾਅ ਸੀ। ਤੁਸੀਂ ਆ ਵੀ ਦੇਖੋ 50 ਰੁਪਏ ਕਿਲੋ ਆਲੂ ਦਾ ਭਾਅ ਸੀ। ਜੇ ਕਿਸਾਨ ਦਾ ਮੁੰਡਾ ਆਪਣੀ ਟਰਾਲੀ 'ਚ ਜਿਹੜਾ ਸਾਤੋਂ 2-250 ਕਿਲੋਮੀਟਰ ਤੇ ਪਾਕਿਸਤਾਨ ਲੈ ਕੇ ਜਾਂਦਾ ਤਾਂ ਉਹਨੂੰ ਅੱਤਵਾਦੀ ਵੱਖਵਾਦੀ ਕਿਹਾ ਜਾਂਦਾ, ਪਰ ਉਹੀ ਆਲੂ ਜੇ ਅੰਡਾਨੀ ਦੇ ਜਹਾਜ਼ 'ਚ ਲੱਦ ਕੇ ਇਰਾਨ ਰਾਕ ਨੂੰ ਘੁੰਮ ਕੇ ਪਾਕਿਸਤਾਨ ਤੇ ਆਂਦੇ ਤਾਂ ਉਹ ਠੀਕ ਹੈ। ਇਹ ਤਾਂ ਫਿਰ ਜਿਹੜਾ ਕਿਸਾਨ ਹੈ, ਮੈਂ ਨੈਸ਼ਨਲ ਟੀਵੀ ਤੇ ਇੱਕ ਇਹ ਗੱਲ ਕਹੀ ਸੀ, ਜਦੋਂ ਆਪਣੀ ਫਸਲ ਬਰਬਾਦ ਹੋ ਗਈ, ਬੇਕਾਰ ਹੋ ਗਈ, ਤਾਂ ਵਪਾਰੀਆਂ ਨੇ ਤਾਂ ਫਿਰ ਇਹਦਾ ਫਾਇਦਾ ਚੱਕਣਾ ਹੀ ਹੈ। ਉਹ ਤਾਂ ਆਪਣਾ ਆਲੂ ਵੇਚਣਗੇ ਹੀ 50 ਨੂੰ। ਮੈਂ ਤਾਂ ਇੱਥੋਂ ਤੱਕ ਕਹਾਂਗਾ ਕਿ ਵੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਉਹਨਾਂ ਦੀ ਜਿਹੜੀ ਪਿੱਛੇ ਨਕੇਲ ਹੈ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਹੱਥ 'ਚ ਹੈ। ਉਹ ਕਿਸਾਨ ਦੀ ਗੱਲ ਘੱਟ ਕਰਦੇ ਆ, ਪਿੱਛੇ ਜ਼ਿਆਦਾ ਦੇਖ ਕੇ ਗੱਲ ਕਰਦੀਆਂ। ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਜਦੋਂ ਤੱਕ ਕਿਸਾਨ ਹੈ ਜਿਹੜਾ, ਜਿਸ ਤਰ੍ਹਾਂ ਦੀਪ ਸਿੱਧੂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਕਾ ਦਿੱਤਾ ਵੀ ਨੌਜਵਾਨੋ ਆਓ ਇਕੱਠੇ ਹੋ ਕੇ ਲੜਾਈ ਲੜੋ, ਜੇ ਇਹਨਾਂ ਨਾਲ ਲੜਨਾ, ਜੇ ਇਦਾਂ ਹੀ ਲੜਦੇ ਰਹੇ ਤਾਂ ਜਿੰਨੀਆਂ ਸਾਡੀਆਂ ਜਨਰੇਸ਼ਨਾਂ ਬਾਰ-ਬਾਰ ਇਦਾਂ ਹੀ ਕੁੱਟ ਖਾ ਕੇ ਜਾਂਦੀਆਂ ਰਹਿਣਗੀਆਂ। ਇਹਨਾਂ ਨੇ ਸਿਆਸਤ ਜਾਣ ਬੁੱਝ ਕੇ ਇੰਨੀ ਮਹਿੰਗੀ ਕਰਤੀ ਤਾਂ ਕਿ ਆਮ ਜਿਹੜਾ ਗਰੀਬ ਦਾ ਬੱਚਾ, ਆਮ ਜਿਹੜਾ ਲੋਕ ਹੈ ਉਹ ਇਲੈਕਸ਼ਨ ਨਾਲ ਲੜ ਸਕੇ। ਤੋ ਜਿਹੜਾ ਦੀਪ ਸਿੱਧੂ ਨੇ ਨਾਰਾ ਦਿੱਤਾ, ਅਗਰ ਕਿਸਾਨ ਹੈ ਜਿਹੜਾ, ਅਗਰ ਕਿਸਾਨ ਦਾ ਬੇਟਾ, ਅਗਰ ਹਿੰਦੁਸਤਾਨ ਦਾ ਨੌਜਵਾਨ ਹੈ ਉਸ ਨੂੰ ਮੰਨ ਲੈਂਦਾ ਤਾਂ ਇਹਨਾਂ ਦਾ ਮੁਕਾਬਲਾ ਕਰ ਸਕਦਾ, ਨਹੀਂ ਕਰ ਨਹੀਂ ਸਕਦਾ। ਦੋਸਤੋ, ਸਾਡੇ ਨਾਲ ਕਿਸਾਨ ਯੂਨੀਅਨ ਦੇ ਆਗੂ ਬਣੇ ਹੋਏ ਸੀ। ਇਹਨਾਂ ਦਾ ਕਹਿਣਾ ਹੈ ਕਿ ਉਹੀ ਆਰਡੀਨੈਂਸਾਂ ਦੇ ਵਿੱਚ ਜੋ ਉਹਨਾਂ ਦੀ ਮਦਦ ਦੇ ਵਿੱਚ ਲਿਖਿਆ ਹੋਇਆ ਕਿ ਮਸਲਾ ਐਸਡੀਐਮ ਕੋਲੇ ਜਾ ਸਕਦਾ, ਡੀਸੀ ਕੋਲੇ ਜਾ ਸਕਦਾ, ਜੇਕਰ ਵਪਾਰੀ ਤੇ ਕਿਸਾਨ ਦਾ ਡਿਸਪਿਊਟ ਹੋ ਜਾ ਸਕਦਾ, ਕੋਰਟ 'ਚ ਨਹੀਂ ਜਾ ਸਕਦਾ। ਜੇਕਰ ਇਹ ਲੜਾਈ ਇੱਕ ਥਾਂ ਤੇ ਲੜੀ ਜਾਵੇ, ਇੱਕ ਡੰਡੇ ਤੇ ਝੰਡੇ ਥੱਲੇ ਲੜੀ ਜਾਵੇ, ਤਾਂ ਫਿਰ ਸੰਘਰਸ਼ ਕਿਤੇ ਨਾ ਕਿਤੇ ਸੌਖਾ ਵਿੱਢਿਆ ਜਾ ਸਕਦਾ। ਬਿਲਕੁਲ ਜੀ, ਇਹ ਤਾਂ ਆਪਾਂ ਨੂੰ ਨੋਰਮਲ ਵੀ ਕੋਈ ਕਾਮਨ ਸੈਂਸ ਵਾਲੀ ਗੱਲ ਹੁੰਦੀ ਹੈ ਕਿ ਬੰਦ ਮੁੱਠੀ 'ਚ ਹੀ ਤਾਕਤ ਹੁੰਦੀ ਆ। ਠੀਕ ਹੈ ਜੀ। ਤੇ ਜੇ ਆਪਾਂ ਅੱਡੋ ਅੱਡ, ਠੀਕ ਹੈ, ਆਪਾਂ ਨੂੰ ਅੱਡੋ ਅੱਡ ਜਗ੍ਹਾ ਤੇ ਸੰਘਰਸ਼ ਵਿੱਢੇ ਨੇ, ਮੋਰਚੇ ਵਿੱਢੇ ਨੇ, ਆਪਾਂ ਲੜਾਈ ਨੂੰ ਜਾਰੀ ਰੱਖਣਾ, ਪਰ ਕਿਤੇ ਨਾ ਕਿਤੇ ਆ ਕੇ ਆਪਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਹੋਣਾ ਹੀ ਪੈਣਾ, ਇੱਕ ਝੰਡੇ ਥੱਲੇ ਆਉਣਾ ਹੀ ਪੈਣਾ। ਜੇ ਆਪਾਂ ਇਹਨੂੰ ਲੰਬਾ ਚੱਲਣਾ, ਜੇ ਆਪਾਂ ਆਪਣੇ ਹੱਕ ਲੈਣਾ ਚਾਹੁੰਦੇ ਆ, ਫਿਰ ਆਪਾਂ ਨੂੰ ਇੱਕ ਝੰਡੇ ਥੱਲੇ ਆਉਣਾ ਹੀ ਪੈਣਾ। ਬਾਈ ਜੀ, ਤੁਹਾਡਾ ਕੀ ਕਹਿਣਾ ਹੈ ਨਾ ਆਰਡੀਨੈਂਸਾਂ ਤੇ? ਆਰਡੀਨੈਂਸ ਤੇ ਜਿਵੇਂ ਕਿਸਾਨ ਜਥੇਬੰਦੀਆਂ ਜਿਹੜੀ ਕਹਿ ਰਹੀਆਂ ਕਿ ਜੋ ਫਸਲ ਦੀ ਐਮਐਸਪੀ ਤੇ ਗੱਲ ਕਰ ਰਹੀਆਂ, ਐਮਐਸਪੀ ਦਾ ਤਾਂ ਰੌਲਾ ਹੀ ਨਹੀਂ। ਐਮਐਸਪੀ ਤਾਂ 23 ਫਸਲਾਂ ਤੇ ਪਹਿਲਾਂ ਵੀ ਹੈ। 2 ਫਸਲਾਂ ਦਾ ਜੀਰੀ ਹੈ, ਕਣਕ ਹੈ, ਉਹਦਾ ਜੋ ਕਿ ਉਹਦਾ ਮੁੱਲ ਮਿਲਦਾ ਹੈ, ਸਰਕਾਰ ਚੱਕਦੀ ਹੈ। ਗੱਲ ਇਹ ਹੋਣੀ ਚਾਹੀਦੀ ਹੈ, ਜਿਹੜੀ ਮੈਂ ਚਾਹੁੰਦਾ ਵੀ ਇੱਕ ਤਾਂ ਪਹਿਲੀ ਗੱਲ ਤਾਂ ਜਿਹੜੀ ਵੀ ਆਪਾਂ ਇਕੱਠੇ ਹੋਏ ਆ ਸਾਰੇ ਸਮਝਦਾਰ ਆ, ਦੀਪ ਸਿੱਧੂ ਬਾਈ ਦੇ ਨਾਲ ਆ ਅਸੀਂ। ਜੇ ਦੀਪ ਬਾਈ ਕਹਿਣਗੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਤਾਂ ਅਸੀਂ ਮੂਹਰੇ ਲੱਗ ਕੇ ਚੱਲਾਂਗੇ ਉਹਨਾਂ ਨਾਲ, ਜੋ ਵੀ ਉਹ ਸਾਨੂੰ ਆਰਡਰ ਦੇਣਗੇ ਨਾਲ। ਹੁਣ ਆਪਾਂ ਜੇ ਪਿੰਡ ਤੋਂ ਆਪਾਂ ਗੱਲ ਕਰੀਏ, ਮੇਰਾ ਪਿੰਡ ਉਰੇ ਤੋਂ 8 ਕਿਲੋਮੀਟਰ ਦੂਰ ਹੈ, ਖੇੜੀ ਗੁਰਨਾ। ਮੇਰੇ ਪਿੰਡ 126 ਪੰਜਾਬ 'ਚ ਮੈਂ ਕਹਿੰਦਾ ਹਰੇਕ ਜ਼ਿਲ੍ਹੇ 'ਚ, ਪਟਿਆਲਾ, ਮੋਹਾਲੀ 'ਚ 126 ਦਾ ਰੇਟ 200 ਰੁਪਏ ਘੱਟ ਲੱਗ ਰਿਹਾ ਸੀ। ਅਸੀਂ ਉਸੇ ਗੱਲ ਤੇ ਆਉਣਾ ਸੀ ਮੰਡੀਆਂ ਤੇ ਕਿ ਜੋ ਮੰਡੀਆਂ ਹੁਣ ਦੇਖੋ ਸੀਜ਼ਨ ਦਾ ਟਾਈਮ ਹੈ, ਝੋਨਾ ਮੰਡੀਆਂ ਦੇ ਵਿੱਚ ਜਾ ਰਿਹਾ ਕਿ ਭਰਾਈ ਸਮੇਂ ਸਿਰ ਹੋ ਰਹੀ ਹੈ ਕਿ ਕਿਸਾਨਾਂ ਨੂੰ ਉੱਥੇ ਕੋਈ ਦਿੱਕਤਾਂ ਦਾ, ਕੋਈ ਮੁਸ਼ਕਲਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਮੰਡੀਆਂ ਦੇ ਵਿੱਚ? ਮੰਡੀਆਂ ਤਾਂ ਐਵੇਂ ਹੈ ਜੀ, ਮੇਰੇ ਪਿੰਡ 'ਚ ਮੰਡੀ ਹੈ, ਉੱਥੇ ਅਸੀਂ ਫਸਲ ਗੇਰੀ 5 ਦਿਨ ਫਸਲ ਪਈ ਰਹੀ, ਕੋਈ ਭਰਾਈ ਨਹੀਂ ਹੋਈ। 5ਵੇਂ ਦਿਨ ਜਦੋਂ ਉਹ ਫਸਲ ਚੱਕਣ ਲਈ ਆਏ, ਜਦੋਂ ਕਿ ਸਰਕਾਰੀ ਰੇਟ ਮੋਦੀ ਸਰਕਾਰ ਨੇ ਇਸ ਵਾਰ 25 ਜਾਂ 26 ਤੋਂ ਦੇਦਾ ਸੀ ਵੀ 25-26 ਨੂੰ ਚੱਕ ਲਾਂਗੇ, ਜੋ ਕਿ ਕਿਸਾਨਾਂ ਦਾ ਜੋ ਰੋਸ ਚੱਲ ਰਿਹਾ ਸੀ ਉਹਨੂੰ ਭਟਕਾਉਣ ਲਈ। ਜਦੋਂ ਉੱਥੇ ਚੱਕਣ ਲਈ ਆਏ 200 ਰੁਪਏ ਦਾ ਕੱਟ, ਅਸੀਂ 2-3 ਦਿਨ ਖੁਦ ਕੋਈ ਫਸਲ ਉੱਥੇ ਉੱਠਣ ਨਹੀਂ ਦਈ ਹੈ। ਉਸ ਤੋਂ ਬਾਅਦ ਪੂਰੇ 'ਚ ਭਰਨ ਲੱਗੇ 126 ਦੀ ਜੋ ਜੀਰੀ ਹੈ, ਕੀ ਉਹਦੇ ਬਾਅਦ ਉਹਦੇ ਚੌਲ ਪੂਰਾ ਹੋ ਗਿਆ? ਇਹਨਾਂ ਦੀ ਪਹਿਲੀ ਗੱਲ ਤਾਂ ਸਾਡੇ ਪਿੰਡ ਤੋਂ, ਸਾਡੇ ਘਰ ਤੋਂ ਸ਼ੁਰੂ ਹੋ ਰਿਹਾ ਜੋ ਘਪਲਾ, ਉਹ ਆਪਾਂ ਦੇਖੀਏ, ਮੰਡੀਆਂ 'ਚ ਜਾ ਕੇ ਦੇਖੀਏ। ਮੇਰਾ ਇਹੀ ਹੈ ਕਿ ਕਿਸਾਨ, ਜੋ ਕਿ ਕਿਸਾਨ ਯੂਨੀਅਨ ਜਥੇਬੰਦੀਆਂ ਨੇ, ਕਿਰਪਾ ਕਰਕੇ ਇਹ ਮੰਡੀਆਂ 'ਚ ਵੀ ਜ਼ਰੂਰ ਜਾਣ। ਜੋ ਇਹ ਸੰਘਰਸ਼ ਸਾਰੇ ਕਿਤੇ ਚੱਲ ਰਿਹਾ ਹੈ, ਇਹ ਹੋਰ ਲੰਬਾ ਚੱਲਣਾ ਚਾਹੀਦਾ ਹੈ। ਹੋਰ ਬਿਲਕੁਲ ਅਸੀਂ ਜਿੱਥੇ ਵੀ ਕਹੋਗੇ ਉੱਥੇ ਖੜੇ ਹਾਂ। ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਪਲੀਜ਼ ਜਿੱਥੇ ਵੀ ਹੋਰ ਧਰਨਾ ਮਿਲ ਰਿਹਾ ਹੈ, ਜਿੱਥੇ ਵੀ ਹੈ ਉੱਥੇ ਪਹੁੰਚਣ। ਮੈਂ ਜਿੰਨਾ ਕੁ ਸਮਾਂ ਕੱਢ ਕੇ ਮੈਂ ਵੀ ਆਪਣਾ ਭਾਗੀਦਾਰ ਹੁੰਦਾ, ਕਿਉਂਕਿ ਇਹ ਸਾਡੀ ਲੜਾਈ ਆ, ਇਹ ਕਿਸੇ ਹੋਰ ਦੀ ਨਹੀਂ। ਬਜ਼ੁਰਗਾਂ ਦਾ ਟਾਈਮ ਸੀ, ਉਹ ਸ਼ੁਰੂ ਬਜ਼ੁਰਗਾਂ ਤੋਂ ਹੋਈ ਆ, ਬਜ਼ੁਰਗ ਪਹੁੰਚੇ ਨੇ ਸਭ ਤੋਂ ਪਹਿਲਾਂ। ਹੁਣ ਨੌਜਵਾਨ ਜਦੋਂ ਬਜ਼ੁਰਗਾਂ ਨੂੰ ਦੇਖ ਕੇ ਉੱਠੇ ਆ ਤਾਂ ਉਹ ਪਹੁੰਚਣ, ਜ਼ਰੂਰ ਪਹੁੰਚਣ, ਮੇਰੀ ਇਹੀ ਬੇਨਤੀ ਹੈ।
ਭਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਜੋ ਸੰਘਰਸ਼ ਕੇਂਦਰ ਸਰਕਾਰ ਦੇ ਵਿਰੁੱਧ ਨੇ ਇਹ ਤੁਹਾਡਾ ਇਸ ਤੇ ਕੀ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੰਮ੍ਰਿਤਸਰ ਤੋਂ ਸਪੈਸ਼ਲ ਚੱਲ ਕੇ ਜਿਹੜਾ ਇੱਥੇ ਦੀਪ ਸਿੱਧੂ ਜੀ ਹੋਣਾ ਦੇ ਸੱਦੇ ਤੇ ਇੱਥੇ ਮਤਲਬ ਪਹੁੰਚਿਆ। ਮੈਨੂੰ ਇਹਨਾਂ ਦੀਆਂ ਗੱਲਾਂ ਸੁਣ ਤੇ ਮੈਂ ਕਾਫੀ ਦੇਖਿਆ ਵਾ, ਗੱਲਾਂ ਤੋਂ ਮੈਨੂੰ ਇਹ ਪਤਾ ਲੱਗਾ ਕਿ ਇਹਨਾਂ ਦੀ ਜਿਹੜੀ ਆ ਮੁੱਦਾ ਚੱਲ ਰਿਹਾ ਕਿਸਾਨੀ ਦਾ, ਉਹਦੇ ਜੜ ਨੂੰ ਹੱਥ ਪਾਇਆ ਵਾ ਤੇ ਇਹਦੇ ਵਿੱਚ ਸਾਨੂੰ ਇਹਨਾਂ ਦਾ ਬਿਲਕੁਲ ਠੋਕ ਕੇ ਸਾਨੂੰ ਸਾਥ ਦੇਣਾ ਚਾਹੀਦਾ ਵਾ। ਜਿਹੜੇ ਵੀ ਨੌਜਵਾਨ ਜਿੱਥੇ ਵੀ ਹੈਗੇ ਆ ਉਹ ਵੱਧ ਤੋਂ ਵੱਧ ਲਾਗੇ ਵਾਲਿਆਂ ਧਰਨਿਆਂ ਵਿੱਚ ਪਹੁੰਚਣ, ਜਿੰਨਾ ਹੋ ਸਕੇ ਇਹਨਾਂ ਬਾਈ ਹੋਣ ਦਾ ਸਾਥ ਦੇਣ। ਕਿਸਾਨੀ ਦਾ ਮਸਲਾ ਇਹ ਆ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਜੇ ਕਿਸਾਨ ਆ ਉਹ ਬਿਲਕੁਲ ਘਾਟੇ ਦਾ ਸੌਦਾ ਹੈ। ਉਹਨਾਂ ਦੀਆਂ ਸਰਕਾਰਾਂ ਉਹਨਾਂ ਨੂੰ ਸਬਸਿਡੀ ਦੇ ਕੇ ਉਹਨਾਂ ਦੇ ਘਾਟੇ ਨੂੰ ਪੂਰਾ ਕਰਦੀਆਂ ਵਾ। ਸਾਡੇ ਇੱਥੇ ਤੁਸੀਂ ਦੇਖ ਲਿਓ ਵੀ 1976 ਦੇ ਵਿੱਚ ਜੋ ਸੋਨੇ ਦਾ ਜਿਹੜਾ ਰੇਟ ਸੀਗਾ 432 ਤੋਲੇ ਰੁਪਏ ਜਿਹੜਾ ਉਹ ਤੋਲਾ ਆ ਜਾਂਦਾ ਸੀਗਾ ਤੇ ਉਦੋਂ ਕਣਕ ਦਾ ਜਿਹੜਾ ਉਹ 76 ਰੁਪਏ ਪ੍ਰਤੀ ਕੁਇੰਟਲ ਸੀ ਤੇ 5 ਕੁਇੰਟਲ ਨਾਲ ਇੱਕ ਜਿਹੜਾ ਸੋਨੇ ਦਾ ਜਿਹੜਾ ਉਹ ਤੋਲਾ ਜਿਹੜਾ ਆ ਜਾਂਦਾ ਸੀ। ਪਰ ਉਸ ਹਿਸਾਬ ਨਾਲ ਹੁਣ ਦਾ ਜੇ ਆਪਾਂ ਦੇਖੀਏ ਤੇ 50,000 ਰੁਪਏ ਦੇ ਕਰੀਬ ਸੋਨਾ ਜਿਹੜਾ ਹੋ ਚੁੱਕਿਆ ਵਾ ਤੇ ਕਣਕ ਜੇ ਆਪਾਂ 25 ਕੁਇੰਟਲ ਦੇ ਬਰਾਬਰ ਸਾਨੂੰ ਜਿਹੜਾ ਉਹ ਮਤਲਬ ਰੇਟ ਜਿਹੜਾ ਉਹ ਆਪਾਂ ਨੂੰ ਦੇਣਾ ਪਏਗਾ। ਉਹਦੇ ਨਾਲ ਇਹ ਆ ਵੀ ਤੁਸੀਂ ਆਪ ਹੀ ਦੇਖ ਲਓ ਵੀ ਕਿੰਨਾ ਜਿਹੜਾ ਉਹ ਹੋਰ ਚੀਜ਼ਾਂ ਦੇ ਰੇਟ ਜਿਹੜੇ ਨੇ ਵੱਧ ਚੁੱਕੇ ਆ, ਪਰ ਜਿਹੜੇ ਫਸਲਾਂ ਦੇ ਰੇਟ ਹੈ ਕਣਕ ਦੇ ਰੇਟ ਆ ਉਹ ਸਾਡੇ ਜਿਹੜੇ ਆ ਉਹ ਮਤਲਬ ਉਹ ਰਫ਼ਤਾਰ ਨਾਲ ਨਹੀਂ ਵੱਧ ਰਹੇ। ਉਹ ਦੂਜੀਆਂ ਚੀਜ਼ਾਂ ਦੇ ਰੇਟ ਜਿਹੜੇ ਆ ਉਹ ਮਤਲਬ ਜਿਹੜੇ ਬਿਲਕੁਲ ਸਪੀਡ ਨਾਲ ਵੱਧ ਰਹੇ ਆ ਤੇ ਕਣਕ ਦਾ ਜਿਹੜਾ ਰੇਟ ਆ ਉਹ ਘੜੀ ਦੀ ਸੂਈ ਵਾਂਗੂ ਜਿਹੜਾ ਹੌਲੀ ਹੌਲੀ ਜਿਹੜਾ ਉਹ ਵੱਧ ਰਿਹਾ। ਜਿੱਦਾਂ ਉਦੋਂ ਇੱਕ ਕਲਰਕ ਦੀ ਜਿਹੜੀ ਤਨਖਾਹ ਸੀ ਕਿ ਕੋਈ ਹੈਗੀ ਸੀ 200 ਦੇ 25 ਰੁਪਏ, ਹੁਣ ਉਹਨਾਂ ਦੀ ਹੋ ਗਈ 24,000। ਉਹਦੇ ਮੁਕਾਬਲੇ ਨੇ ਜੇ ਨਾ ਹੁਣ ਦੇਖਿਆ ਜਾਵੇ ਤਾਂ ਹੁਣ ਜਿਹੜਾ ਕਣਕ ਦਾ ਜਿਹੜਾ ਰੇਟ ਆ ਉਹ ਮਤਲਬ ਉਹਨਾਂ ਦੀ 92% ਦੇ ਹਿਸਾਬ ਨਾਲ ਵਧਿਆ ਰੇਟ, ਤਾਂ ਪਰ ਇਹਦਾ ਜਿਹੜਾ ਹੁਣ ਵਧਿਆ ਵਾ ਉਹ ਹੈਗਾ ਕੋਈ ਆਪਣਾ 25% ਦੇ ਹਿਸਾਬ ਨਾਲ ਜਿਹੜਾ ਕਣਕ ਦਾ ਫਸਲਾਂ ਦਾ ਜਿਹੜਾ ਰੇਟ ਵਧਿਆ ਵਾ। ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਇਹ ਲੋਲੀਪੌਪ ਛੱਡ ਕੇ ਸਾਨੂੰ ਜਿਹੜਾ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਆ ਉਹ ਮਤਲਬ ਜਲਦੀ ਤੋਂ ਜਿਹੜੀ ਉਹ ਲਾਗੂ ਕਰੇ ਤਾਂ ਜੋ ਜਿਹੜਾ ਕਿਸਾਨ ਹੈ ਉਹਦੀ ਆਰਥਿਕ ਹਾਲਤ ਜਿਹੜੀ ਉਹ ਮਜ਼ਬੂਤ ਹੋ ਸਕੇ। ਹੁਣ ਵੈਸੇ ਵੀ ਸਰਕਾਰਾਂ ਕਿਸਾਨ ਜਿਹੜਾ ਉਹ ਬੜੀ ਬਦਤਰ ਜਿਹੜੀ ਜ਼ਿੰਦਗੀ ਜਿਹੜੀ ਉਹ ਮਤਲਬ ਬਤੀਤ ਕਰ ਰਿਹਾ ਵਾ। ਕਿੱਦਾਂ ਖੁਦਕੁਸ਼ੀਆਂ ਰੋਜ਼ਾਨਾ ਜਿਹੜੀਆਂ ਹੋ ਰਹੀਆਂ ਵਾ, ਕਰਜ਼ਿਆਂ ਦੀ ਮਾਰ ਹੇਠ ਕਿਸਾਨ ਜਿਹੜੇ ਆ ਰੱਖੇ ਆ। ਸੋ ਜਿਹੜੀ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਵੇ ਤੇ ਸਵਾਮੀਨਾਥਨ ਜਿਹੜੀ ਰਿਪੋਰਟ ਆ ਉਹਦੇ ਮੁਕਾਬਲੇ ਤੇ ਹੋਰਾਂ ਚੀਜ਼ਾਂ ਦੇ ਜਿਹੜੇ ਰੇਟ ਉਹਨੇ ਵਧਾਏ ਆ ਉਹਨਾਂ ਦੇ ਮੁਕਾਬਲੇ ਜਿਹੜਾ ਉਹ ਸਾਡੀਆਂ ਫਸਲਾਂ ਦੇ ਜਿਹੜੇ ਰੇਟ ਆ ਉਹ ਉਹਨਾਂ ਨੂੰ ਜਿਹੜਾ ਉਹ ਮਤਲਬ ਉਹਨਾਂ ਦੇ ਵੱਧ ਕਰੇ। ਤੇ ਹੁਣ ਕਿਸਾਨਾਂ ਨੂੰ ਮੈਂ ਨੌਜਵਾਨਾਂ ਨੂੰ ਕਹਾਂਗਾ ਜਿਹੜੇ ਤੁਹਾਡੇ ਲਾਗੇ ਛਾਗੇ ਜਿਹੜੇ ਧਰਨੇ ਲੱਗਦੇ ਆ ਉਹ ਵੱਧ ਤੋਂ ਵੱਧ ਨੌਜਵਾਨ ਉਹਨਾਂ ਦੇ ਵਿੱਚ ਹਾਜ਼ਰੀ ਭਰਨ। ਜਿੱਥੇ ਅਜੇ ਵੀ ਕਿਸਾਨ ਜਿਹੜੇ ਆ ਉਹ ਆਪਣੇ ਘਰਾਂ ਵਿੱਚੋਂ ਨਿਕਲ ਕੇ ਧਰਨਿਆਂ ਵਿੱਚ ਜਿਹੜਾ ਉਹ ਨਹੀਂ ਜਾ ਰਹੇ। ਬੇਸ਼ੱਕ ਨੌਜਵਾਨ ਜਿਹੜੀ ਪੀੜ੍ਹੀ ਆ ਹੁਣ ਬਿਲਕੁਲ ਜਾਗਰੂਕ ਹੋ ਚੁੱਕੀ ਆ ਕਾਫੀ। ਹੁਣ ਧਰਨਿਆਂ ਦੇ ਵਿੱਚ ਆਪਾਂ ਦੇਖਿਆ ਹੈ ਕਿ ਮੋਰਚਿਆਂ 'ਚ ਨੌਜਵਾਨ ਵੱਧ ਤੋਂ ਵੱਧ ਗਿਣਤੀ ਵਿੱਚ ਉਹਨਾਂ ਨੇ ਹਾਜ਼ਰੀ ਭਰੀ ਆ, ਜੋ ਬੜੀ ਖੁਸ਼ੀ ਵਾਲੀ ਗੱਲ ਆ। ਸੋ ਭਾਵੇਂ ਕਿ ਅਸੀਂ ਕਹਿੰਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਨਸ਼ਿਆਂ ਦੇ ਵਿੱਚ ਨੌਜਵਾਨਾਂ ਨੇ ਗਰਕ ਹੋ ਗਏ ਆ, ਹੁਣ ਇਹਨਾਂ 'ਚ ਬਚਿਆ ਨਹੀਂ, ਪਰ ਨਹੀਂ ਬੜੀ ਮਨ ਨੂੰ ਖੁਸ਼ੀ ਹੋਈ ਆ ਜਿੱਦਾਂ ਉਹ ਨੌਜਵਾਨ ਵੱਧ ਚੜ ਕੇ ਹਿੱਸਾ ਜਿਹੜਾ ਉਹ ਲੈ ਰਹੇ ਆ। ਇਹ ਜਿਹੜੀ ਲੜਾਈ ਹੈ ਹੁਣ ਬਜ਼ੁਰਗਾਂ ਨੂੰ ਛੱਡ ਕੇ ਨੌਜਵਾਨਾਂ ਨੂੰ ਜਿਹੜਾ ਉਹ ਅੱਗੇ ਤੋਂ ਅੱਗੇ ਆਉਣਾ ਚਾਹੀਦਾ। ਮੈਂ ਵੀ ਆਪਣੇ ਹਲਕੇ ਵਿੱਚ ਜਿੱਥੇ 16 ਹਲਕਿਆਂ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਐਥਲੀਟ ਹੋਣ ਦੇ ਨਾਂ 'ਤੇ ਇੱਕ ਮੈਸੇਜ ਦਿੱਤਾ ਨਸ਼ਿਆਂ ਦੇ ਖਿਲਾਫ 20 ਕਿਲੋਮੀਟਰ ਦੌੜ ਕੇ। ਪਰ ਮੈਨੂੰ ਲੱਗਿਆ ਵੀ ਨੌਜਵਾਨਾਂ ਦੇ ਵਿੱਚ ਪੂਰੀ ਜਾਗਰਤੀ ਇਸ ਵੇਲੇ ਹੈਗੀ ਆ। ਸੋ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਧਰਨਿਆਂ ਦੇ ਵਿੱਚ ਹਾਜ਼ਰੀ ਜਿਹੜੀ ਭਰਨ। ਤੁਸੀਂ ਕਿਹੜੀ ਥਾਂ ਤੋਂ ਆਏ ਹੋ? 90 ਤੋਂ ਜੀ। ਤੁਸੀਂ ਤੁਹਾਡਾ ਕੀ ਕਹਿਣਾ, ਤੁਸੀਂ ਕਿਵੇਂ ਦੇਖਦੇ ਹੋ ਜੋ ਇਹ ਉਹ ਸਰਕਾਰ ਵਿਰੁੱਧ ਆਰਡੀਨੈਂਸ ਸਰਕਾਰ ਨੇ ਕਿਸਾਨੀ ਵਿਰੁੱਧ ਆਰਡੀਨੈਂਸ ਜਾਰੀ ਕੀਤੇ ਨੇ, ਤੁਹਾਡਾ ਇਸ ਤੇ ਕੀ ਪ੍ਰਤੀਕਰਮ ਹੈ, ਤੁਹਾਡਾ ਕੀ ਕਹਿਣਾ? ਇਹ ਬਿਲਕੁਲ ਕਾਲੇ ਕਾਨੂੰਨ ਨੇ ਜੀ। ਕਿਸਾਨ ਦੇ ਡੈਥ ਵਾਰੰਟ ਤੇ ਸਾਈਨ ਕੀਤੇ ਆ ਮੋਦੀ ਸਰਕਾਰ ਨੇ, ਜਿਹੜੇ ਇਹ ਕਾਨੂੰਨ ਪਾਸ ਕੀਤੇ ਨੇ। ਇਹ ਪੂਰੇ ਵਰਲਡ 'ਚ ਯੂਰਪ ਅਮਰੀਕਾ ਵਰਗੇ ਦੇਸ਼ਾਂ 'ਚ ਫੇਲ ਹੋ ਚੁੱਕਿਆ ਸਿਸਟਮ ਹੈ। ਆਪਣਾ ਭਾਈਚਾਰਾ ਕਿਸਾਨੀ ਭਾਈਚਾਰੇ ਨਾਲ ਜੁੜੇ ਲੋਕ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਰਹਿੰਦੇ ਨੇ, ਜਿਹੜੇ ਆਸਟ੍ਰੇਲੀਆ ਅਮਰੀਕਾ ਦੇ ਵਿੱਚ ਖੇਤੀ ਨਾਲ ਜੁੜੇ ਹੋਏ ਨੇ। ਉਹਨਾਂ ਨਾਲ ਗੱਲ ਹੁੰਦੀ ਆ, ਉਹ ਹਮੇਸ਼ਾ ਇਹੀ ਕਹਿੰਦੇ ਨੇ ਵੀ ਸਾਡੇ ਵੀ ਇੱਥੇ ਜਿਹੜਾ ਖੇਤੀ ਦਾ ਸਿਸਟਮ ਹੈ ਵੀ ਸਾਨੂੰ ਫਸਲਾਂ ਦਾ ਰੇਟ ਕਿਸੇ ਸਾਲ ਤਾਂ ਬਹੁਤ ਵਧੀਆ ਮਿਲ ਜਾਂਦਾ, ਕਿਸੇ ਸਾਲ ਸਾਨੂੰ ਬਹੁਤ ਘੱਟ ਮਿਲਦਾ। ਪਰ ਇਹਦੇ ਲਈ ਉੱਥੇ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਦੇਸ਼ਾਂ ਦੀਆਂ ਉਹ ਬਹੁਤ ਸੁਹਿਰਦ ਨੇ। ਉਹਨਾਂ ਨੂੰ ਪਤਾ ਵੀ ਕਿਸਾਨੀ ਨੂੰ ਸਾਨੂੰ ਬਹੁਤ ਜ਼ਰੂਰਤ ਹੈ, ਉਹ ਆਪਣੀ ਕਿਸਾਨੀ ਨੂੰ ਸਬਸਿਡਾਈਜ਼ ਕਰਦੀਆਂ ਨੇ, ਉਹਨਾਂ ਨੂੰ ਨੁਕਸਾਨ ਦੀ ਪੂਰਤੀ ਕਰ ਦਿੰਦੀਆਂ ਨੇ। ਸਾਡੀਆਂ ਸਰਕਾਰਾਂ ਇੰਨੇ ਜੋਗੀਆਂ ਹੈ ਨਹੀਂ। ਇਹ ਸਾਰੇ ਵਰਲਡ 'ਚੋਂ ਵਧੀਆ ਸਿਸਟਮ ਹੈ ਜਿਹੜਾ ਸਾਡੇ 2 ਸਟੇਟਾਂ ਤੇ ਕੁਝ ਜ਼ਿਲ੍ਹੇ ਰਾਜਸਥਾਨ ਤੇ ਯੂਪੀ ਦਿਆਂ 'ਚ ਚੱਲ ਰਿਹਾ ਸੀ। ਇਹਨੂੰ ਬਿਲਕੁਲ ਖਤਮ ਕਰਨਾ ਚਾਹੁੰਦੀ ਹੈ ਸਰਕਾਰ, ਕਿਉਂਕਿ ਜਦੋਂ ਇਹਨਾਂ ਨੂੰ ਅੰਨ ਦੀ ਲੋੜ ਸੀ ਅਨਾਜ ਦੀ, ਉਦੋਂ ਇਹਨਾਂ ਨੇ ਸਾਤੋਂ ਤਰ੍ਹਾਂ ਦੀਆਂ ਸਾਡੀਆਂ ਜ਼ਮੀਨਾਂ 'ਚ ਰੇਹਾਂ ਸਪਰੇਹਾਂ ਨਾਲ ਸਾਡੀ ਮਿੱਟੀ ਖਰਾਬ ਕਰਕੇ ਜ਼ਮੀਨਾਂ ਖਰਾਬ ਕਰਕੇ ਸਾਤੋਂ ਅੰਨ ਦੀ ਪੈਦਾਵਾਰ ਕਰਾਈ। ਹੁਣ ਅਨਾਜ
ਅਨਾਜ ਇਹਨਾਂ ਕੋਲੇ ਵਾਧੂ ਹੋ ਚੁੱਕਿਆ। ਹੁਣ ਇਹਨਾਂ ਨੂੰ ਇਹ ਘਾਟੇ ਵੱਧੀ ਸੌਦਾ ਲੱਗਦਾ। ਹੁਣ ਇਹ ਕਿਸਾਨੀ ਨੂੰ ਖਤਮ ਕਰਨ ਦੇ ਲਈ ਇਹਨਾਂ ਨੇ ਕਾਲੇ ਕਾਨੂੰਨ ਪਾਸ ਕਰਤੇ। ਇਸੇ ਤਰ੍ਹਾਂ ਇਹਨਾਂ ਨੇ ਪਹਿਲਾਂ ਲੇਬਰ ਦਾ ਜਿਹੜਾ ਲੇਬਰ ਐਕਟ ਆ ਉਹ ਸਸਪੈਂਡ ਕੀਤਾ। ਕਰੋਨਾ ਦੀ ਆੜ 'ਚ ਇਹ ਸਾਰੇ ਸਿਸਟਮ ਨੂੰ ਹੀ ਫੇਲ ਕਰਨਾ ਚਾਹੁੰਦੇ ਨੇ। ਹੁਣ ਜੇ ਇੱਥੇ ਨਾ ਇਹ ਆਪਾਂ ਇਹਨਾਂ ਨੂੰ ਰੋਕ ਸਕੇ ਤਾਂ ਇਹ ਆਉਣ ਵਾਲੇ ਸਮੇਂ 'ਚ ਇੱਕ ਬਿਜਲੀ ਦਾ ਵੀ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ। ਇਲੈਕਟ੍ਰਿਸਿਟੀ ਅਮੈਂਡਮੈਂਟ ਜਿਹੜਾ ਲੈ ਕੇ ਆ ਰਹੇ ਨੇ ਆਰਡੀਨੈਂਸ, ਉਹ ਵੀ 2020 ਉਹਨੂੰ ਬਣਾਇਆ ਇਹਨਾਂ ਨੇ। ਇਸ ਕਰਕੇ ਉਹਨਾਂ ਨੇ 2020 ਦੇ ਵਿੱਚ ਹੀ ਲੈ ਕੇ ਆਉਣਾ। ਉਹਦੇ ਨਾਲ ਸਟੇਟਾਂ ਤੋਂ ਇਹਨਾਂ ਨੇ ਬਿਜਲੀ ਦਾ ਅਧਿਕਾਰ ਵੀ ਖੋਹ ਲੈਣਾ। ਉਹਦੇ ਨਾਲ ਜਿਹੜੀ ਇਹ ਕਿਸਾਨੀ ਨੂੰ ਬਿਜਲੀ ਫ੍ਰੀ ਮਿਲਦੀ ਹੈ ਇਹਦੇ ਤੇ ਵੀ ਇਹਨਾਂ ਨੇ ਡਾਕਾ ਮਾਰਨਾ। ਇਸ ਕਰਕੇ ਸਾਰੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਸੰਘਰਸ਼ ਨੂੰ ਇਹਨੂੰ ਵੱਧ ਚੜ੍ਹ ਕੇ ਲੜਨ ਦੀ ਲੋੜ ਹੈ ਤਾਂ ਕਿ ਸਰਕਾਰਾਂ ਦਾ ਮੂੰਹ ਮੋੜਿਆ ਜਾ ਸਕੇ ਤੇ ਇਹਨੂੰ ਵਾਪਸ ਕਰਾਇਆ ਜਾ ਸਕੇ ਕਾਲੇ ਕਾਨੂੰਨਾਂ ਨੂੰ। ਤੁਹਾਡਾ ਕੀ ਕਹਿਣਾ ਇਹਨਾਂ ਆਰਡੀਨੈਂਸਾਂ ਤੇ? ਇਹਨਾਂ ਆਰਡੀਨੈਂਸਾਂ ਦੇ ਉੱਤੇ ਇਹ ਆ ਜੀ, ਜਿਹੜੇ ਇਹ ਇਕੱਲੇ ਕਿਸਾਨ ਮਾਰੂ ਨਹੀਂ ਹੈਗੇ, ਇਹ ਹਰ ਤਬਕੇ ਲਈ ਖਤਰਨਾਕ ਨੇ। ਚਾਹੇ ਉਹ ਮਜ਼ਦੂਰ ਆ, ਚਾਹੇ ਟਰਾਂਸਪੋਰਟਰ ਹੈ, ਚਾਹੇ ਆੜ੍ਹਤੀ ਆ, ਚਾਹੇ ਦੁਕਾਨਦਾਰ ਆ। ਕਿਉਂਕਿ ਇੱਕ ਕੜੀ ਜੁੜੀ ਹੁੰਦੀ ਹੈ ਜੀ। ਅਸੀਂ ਇਸ ਸਮਾਜ ਦੇ ਵਿੱਚ ਰਹਿੰਦੇ ਹਾਂ ਅਤੇ ਜਦੋਂ ਕਿਸਾਨੀ ਪ੍ਰਭਾਵਿਤ ਹੋਊਗੀ, ਕਿਸਾਨ ਪ੍ਰਭਾਵਿਤ ਹੋਊ, ਖੇਤੀ ਪ੍ਰਭਾਵਿਤ ਹੋਊ ਤਾਂ ਬਾਕੀ ਸਾਰੇ ਅਦਾਰੇ ਵੀ ਪ੍ਰਭਾਵਿਤ ਹੋਣਗੇ। ਸੋ ਇਸ ਕਰਕੇ ਇਹਦਾ ਜਿੰਨਾ ਵੀ ਵਿਰੋਧ ਹੋ ਸਕੇ ਉਹਨਾਂ ਕਰਨਾ ਚਾਹੀਦਾ। ਇੱਕ ਗੱਲ ਮੈਂ ਥੋੜ੍ਹੀ ਜਿਹੀ ਕਲੀਅਰ ਕਰਨੀ ਚਾਹੁੰਦਾ ਵੀ ਪਰਸੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਿੰਘ ਨੇ ਇੱਕ ਬਿਆਨ ਦਿੱਤਾ। ਕਹਿੰਦੇ ਜਿਹੜੇ ਇਹ ਹਊਆ ਖੜਾ ਕੀਤਾ ਯਾਰ ਵੀ ਜ਼ਮੀਨਾਂ ਖੋਹਣ ਵਾਲੀ ਗੱਲ ਹੈ, ਇਹ ਬਿਲਕੁਲ ਬੇਫਜ਼ੂਲ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਸਿਰਫ ਜਿਹੜੀ ਪ੍ਰੋਡਕਸ਼ਨ ਆ, ਜਿਹੜੀ ਪੈਦਾਵਾਰ ਹੋਣੀ ਆ, ਉਹਦਾ ਕੰਟਰੈਕਟ ਕਰ ਰਹੇ ਹਾਂ, ਨਾ ਕਿ ਜ਼ਮੀਨ ਦਾ। ਹੁਣ ਸਵਾਲ ਇੱਥੇ ਭਾਜੀ ਇਹ ਪੈਦਾ ਹੁੰਦਾ, ਮੰਨ ਲਓ ਜਦੋਂ ਅਸੀਂ ਉਹਨਾਂ ਨਾਲ ਫਸਲ ਦਾ ਕੰਟਰੈਕਟ ਕਰ ਲਿਆ, ਉਹਨਾਂ ਨੇ ਸਾਨੂੰ ਵਾਜਬ ਰੇਟ 'ਤੇ ਮਤਲਬ ਸਾਨੂੰ ਰੇਟ ਨਾ ਦਿੱਤਾ ਜੋ ਸਾਡਾ ਬਣਦਾ, ਘੱਟ ਰੇਟਾਂ ਦਿੱਤਾ। ਉਦੋਂ ਬਾਅਦ ਫਿਰ ਜਦੋਂ ਨਾ ਸਾਨੂੰ ਕੋਈ ਬੈਨੀਫਿਟ ਹੋਊਗਾ, ਪ੍ਰੋਡਕਸ਼ਨ ਸਾਡੀ ਵਧੀਆ ਨਹੀਂ ਹੋਊਗੀ, ਪੈਦਾਵਾਰ ਨਹੀਂ ਹੋਊਗੀ, ਕੋਈ ਆਊਟਪੁੱਟ ਨਹੀਂ ਨਿਕਲੂ, ਅਸੀਂ ਆਪੇ ਹੀ ਛੱਡ ਦਿਆਂਗੇ ਜ਼ਮੀਨ। ਤਾਂ ਫਿਰ ਅਸੀਂ ਆਪੇ ਹੀ ਕਹਿ ਦਿਆਂਗੇ ਵੀ ਜ਼ਮੀਨ ਲੈ ਲਓ ਸਾਡੀ। ਮਤਲਬ ਫੜਨਾ ਤਾਂ ਕੰਨ ਹੀ ਆ ਨਾ, ਚਾਹੇ ਮੂਹਰੋਂ ਫੜ ਲਓ ਚਾਹੇ ਪਿੱਛੋਂ ਕਰਕੇ ਫੜ ਲਓ। ਸੋ ਇਸ ਕਰਕੇ ਜਿਹੜੀਆਂ ਉਹ ਜਿਹੀਆਂ ਉਹ ਲੂੰਬੜ ਚਾਲਾਂ ਚੱਲਦੀਆਂ ਜਿਹੜੀਆਂ ਮਤਲਬ ਸਰਕਾਰਾਂ, ਤਾਂ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਆ। ਨੌਜਵਾਨਾਂ ਨੂੰ ਵੀ ਇਹੀ ਕਹਿੰਦੇ ਵੀ ਜਿਹੜੀਆਂ ਪਾਰਟੀਆਂ ਦੇ ਵਿੱਚ ਰਾਜਸੀ ਪਾਰਟੀਆਂ ਦਾ 'ਚ ਜਾਣ ਦੀ ਬਜਾਏ ਜਿਹੜੇ ਕਿਸਾਨਾਂ ਦੇ ਘੋਲ ਨੇ ਜਾਂ ਮਜ਼ਦੂਰਾਂ ਦੇ ਵਿੱਚ ਮਤਲਬ ਜਿੱਥੇ ਲੱਗੇ ਹੋਏ ਨੇ ਜਾਂ ਜਿਹੜੇ ਸਹੀ ਦਿਸ਼ਾ ਦੇ ਵਿੱਚ ਲੜ ਰਹੇ ਆ, ਉਹਨਾਂ ਦਾ ਹਿੱਸਾ ਬਣੋ। ਦੋਸਤੋ, ਤੁਸੀਂ ਬਣੇ ਹੋਏ ਸੀ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਸ਼ੰਭੂ ਬਾਰਡਰ ਤੇ ਜੋ ਦੀਪ ਸਿੱਧੂ ਵੱਲੋਂ ਮੋਰਚਾ ਲਗਾਇਆ ਗਿਆ ਹੈ, ਉਸ ਮੋਰਚੇ ਦੀ ਹੁਣ ਰੂਪਰੇਖਾ ਕੀ ਹੈ। ਉੱਥੇ ਜੋ ਅਸੀਂ ਗੱਲ ਕੀਤੀ, ਜੋ ਕਿਸਾਨ ਉੱਥੇ ਬੈਠੇ ਸੀ, ਜੋ ਕਿਸਾਨ ਜਥੇਬੰਦੀਆਂ ਦੇ ਆਗੂ ਉੱਥੇ ਬੈਠੇ ਸੀ, ਉਹਨਾਂ ਦਾ ਕੀ ਕਹਿਣਾ ਹੈ। ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ, ਸਲੋਗਨ ਦੇਖ ਸਕਦੇ ਹੋ ਸਾਡੇ ਪਿੱਛੇ ਤੁਸੀਂ, ਜੋ ਇੱਥੇ ਸ਼ੰਭੂ ਮੋਰਚਾ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਨਾਅਰੇ ਬੋਲੇ ਗਏ ਸੀ। ਉਹ ਨਾਅਰੇ ਤੁਸੀਂ ਦੇਖ ਸਕਦੇ ਹੋ, ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਥੱਲੇ ਲਿਖਿਆ ਹੋਇਆ ਹੈ, ਦਿੱਲੀ ਦੇ ਮਹਿਲਾਂ ਵੱਲ ਨੂੰ ਤੂਫਾਨ ਤੁਰ ਪਿਆ ਹੈ, ਹੱਕ ਲੈਣ ਲਈ ਆਪਣੇ ਅੱਜ ਕਿਸਾਨ ਤੁਰ ਪਿਆ ਹੈ, ਪੰਜਾਬ ਦੇ ਵਾਰਿਸ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਅਸੀਂ ਤੁਹਾਨੂੰ ਪਲ ਪਲ ਦੀ ਖਬਰ ਦੇਵਾਂਗੇ ਕਿ ਕੇਂਦਰ ਸਰਕਾਰ ਨੇ ਵੀ ਕਿਸਾਨ ਜਥੇਬੰਦੀਆਂ ਨੂੰ ਸੁਨੇਹਾ ਘੱਲਿਆ ਹੈ ਕਿ ਤੁਸੀਂ ਆ ਕੇ ਸਾਡੇ ਨਾਲ ਗੱਲ ਕਰੋ ਤਾਂ ਜੋ ਇਹ ਮਸਲਾ ਬਹਿ ਕੇ ਵਿਚਾਰਿਆ ਜਾ ਸਕੇ। ਕਿਸਾਨ ਜਥੇਬੰਦੀਆਂ ਦਾ ਇਸ 'ਤੇ ਕੀ ਪ੍ਰਤੀਕਰਮ ਹੋਵੇਗਾ? ਕਿਸਾਨ ਬੰਦੀਆਂ ਮੀਟਿੰਗ ਲਈ ਜਾਣਗੀਆਂ ਜਾਂ ਕੇਂਦਰ ਸਰਕਾਰ ਨੂੰ ਜਵਾਬ ਦੇਣਗੀਆਂ? ਇਹ ਕਿਸਾਨ ਜਥੇਬੰਦੀਆਂ ਦਾ ਜੋ ਮੀਟਿੰਗ ਚੱਲ ਰਹੀ ਹੈ ਉਹਦੇ 'ਚ ਫੈਸਲਾ ਲੈਣਗੀਆਂ ਉਹ, ਤੇ ਫੈਸਲਾ ਕੀ ਆਵੇਗਾ, ਅੱਗੇ ਕੀ ਬਣਦਾ, ਅਸੀਂ ਤੁਹਾਨੂੰ ਲਗਾਤਾਰ ਚੈਨਲ ਪੰਜਾਬੀ ਜ਼ਰੀਏ ਦਿਖਾਵਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਕੈਮਰਾਮੈਨ ਜਸਪ੍ਰੀਤ ਸਿੰਘ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।